और मीडिया बुनियादी तौर पर जो सब तो बड़ा फ्लॉ है किसी स्थापित मीडिया का, वो बुनियादी तौर पर कंजरवेटिव होगा। आज हालात ये बने कि तालिबान मुड़ के सत्ता च आ गए हैं। ਹੁਣ ਉਹਨਾਂ ਔਰਤਾਂ ਲਈ ਕੰਮ ਕਰਨਾ ਵੀ ਔਖਾ, ਉਸ ਮੁਆਸ਼ਰੇ 'ਚ ਰਹਿਣਾ ਵੀ ਔਖਾ। ਉਹਨਾਂ ਨੂੰ ਚੋਗਾ ਤੇ ਪਾ ਦਿੱਤਾ ਕਿ ਤੁਹਾਨੂੰ ਅਸੀਂ ਬਾਹਰ ਕੱਢਾਂਗੇ। ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਹੁਣ ਨਹੀਂ ਹੋ ਰਹੀ, ਉਹ ਰੁੜੀਆਂ ਫਿਰਦੀਆਂ। ਸਰਕਾਰੀ ਦੇ ਤੌਰ ਤੇ ਜੇ ਇੱਥੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਡੀਆਂ ਚੁੱਕ ਕੇ ਜ਼ੋਰ ਦਿੰਦੇ ਨੇ ਕਿ ਜੀ ਫਲਾਣੇ ਮੁਲਕ 'ਚ ਪੱਤਰਕਾਰ ਦੀ ਆਜ਼ਾਦੀ 'ਤੇ ਹਮਲਾ ਹੋ ਰਿਹਾ, ਧਮਕਾਣੇ 'ਚ ਹੋ ਰਿਹਾ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਔਰਤਾਂ ਨੂੰ ਕੱਢ ਕੇ ਲਿਆਉਂਦੇ। ਸੋ ਤੁਹਾਡੀ ਉਹਨਾਂ ਪੱਤਰਕਾਰ ਔਰਤਾਂ ਪ੍ਰਤੀ ਕੀ ਵਚਨਬੱਧਤਾ? ਮਾਫ ਕਰਨਾ, ਜਦੋਂ ਉਹ ਹਾਦਸਾ ਹੋਇਆ ਸੀਗਾ ਮੈਂ ਤਾਂ ਘੱਟੋ ਘੱਟ ਨਹੀਂ ਦੇਖਿਆ ਕਿ ਸਾਡਾ ਪੰਜਾਬੀ ਮੀਡੀਆ ਉੱਥੇ ਹਾਜ਼ਰ ਸੀ ਜਾਂ ਉਹਨਾਂ ਨੇ ਲਾਈਵ ਔਨ ਲੋਕੇਸ਼ਨ ਕੀਤਾ ਹੋਵੇ ਜਾਂ ਲਾਈਵ ਕਵਰੇਜ ਕੀਤੀ ਹੋਵੇ। ਐਡਾ ਬੜਾ ਦੁਖਾਂਤ ਵਾਪਰਿਆ ਹੋਵੇ ਜੀ। ਸਮਾਨ ਵੇਚਣ ਲਈ ਅਸੀਂ ਮਤਲਬ ਪੱਤਰਕਾਰ ਵੀ ਭੇਜ ਦਿੰਦੇ ਹਾਂ ਉੱਥੇ। ਇਹ ਕਿੱਥੋਂ ਦਾ ਪੱਤਰਕਾਰੀ ਦਸਤੂਰ? ਜੇ ਤੁਹਾਡਾ ਇੰਟਰਸਟ ਇਦਾਂ ਦੇ ਬਣ ਗਏ ਅੱਜ ਕੱਲ੍ਹ, ਮੈਂ ਤਾਂ ਇਹ ਵੇਖ ਰਿਹਾ ਕਿ ਬਾਰਟਰ ਸਿਸਟਮ ਚੱਲ ਗਿਆ ਸਾਡੇ ਚੱਲ ਪਿਆ ਕਮਿਊਨਿਟੀ 'ਚ। ਤੁਸੀਂ ਕਿਸੇ ਬੈਂਕੁਏਟ ਹਾਲ ਦੀ ਮਤਲਬ ਐਡ ਵੀ ਨਾ ਲਓ, ਮੁਫਤਖੋਰੀ ਦੇ ਵਿੱਚ ਉਹਨਾਂ ਦੀ ਮਤਲਬ ਖਬਰਾਂ ਦੇ ਦਿਓ, ਉਹ ਤੁਹਾਨੂੰ ਮੁਫਤ 'ਚ ਈਵੈਂਟ ਕਰਨ ਲਈ ਥਾਂ ਦੇ। ਪੰਜਾਬ ਕੇਸਰੀ ਦਾ ਮਸਲੇ ਦਾ ਨਾਂ ਲੈ ਕੇ ਆਊਂਗਾ, ਉਹਦੇ ਬਾਰੇ ਮਸ਼ਹੂਰ ਸੀ ਕਿ ਛੋਟਾ ਜਿਹਾ ਵੀ ਕਸਬਾ ਹੋਊਗਾ, 10-12 ਪੱਤਰਕਾਰ ਉਹਨਾਂ ਦੇ ਹੋਣਗੇ। ਉਹਨਾਂ ਨੂੰ ਕਮਾਈ ਤਾਂ ਅਖਬਾਰਾਂ ਤੋਂ ਨਹੀਂ ਹੁੰਦੀ, ਪਰ ਉੱਪਰੀ ਕਮਾਈ ਬਹੁਤ ਹੋ ਜਾਂਦੀ। ਮੀਡੀਆ ਦੀ ਫਰੀडम ਦੀ ਗੱਲ ਕਰ ਰਹੇ ਹਾਂ। ਉੱਥੇ ਇੰਡੀਆ ਦੇ ਵਿੱਚ ਜੋ ਤਸਵੀਰ ਆਪਣੇ ਸਾਹਮਣੇ ਆ ਰਹੀ ਆ, ਉਹ ਇਸ ਤਰ੍ਹਾਂ ਲੱਗਦਾ ਕਿ ਮੀਡੀਆ ਨੇ ਆਪਣੀ ਆਜ਼ਾਦੀ ਆਪ ਗਵਾਈ ਆ, ਸਰੈਂਡਰ ਕਰ ਦਿੱਤਾ, ਹੱਥ ਖੜੇ ਕਰ ਦਿੱਤੇ ਆ। ਇਹ ਵੀ ਮੈਨੂੰ ਕਹਿਣਾ ਪੈਣਾ ਅਫਸੋਸ ਨਾਲ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਮੁਆਸ਼ਰੇ ਵਿੱਚ ਬੋਲਣ ਦੀ ਆਜ਼ਾਦੀ ਦੇ ਛਾਪੇ ਪੈ ਰਹੇ ਲਗਾਤਾਰ, ਕਿਸੇ ਨਾਟਕਕਾਰ ਦੇ ਉੱਤੇ ਰੋਕ ਲੱਗ ਗਈ, ਕਿਸੇ ਫਿਲਮ ਸਾਜ਼ 'ਤੇ ਰੋਕ ਲੱਗ ਗਈ, ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਅਪਾਹਜ ਜਿਹੜਾ ਦਿੱਲੀ ਯੂਨੀਵਰਸਿਟੀ ਦਾ GN ਸਾਹਿਬ ਬਾਬਾ, ਉਹ ਜੇਲ੍ਹ 'ਚ ਬੈਠਾ, ਕੋਈ ਕਾਲਮ ਲਿਖਣ ਵਾਲਾ ਉਹ ਜੇਲ੍ਹ 'ਚ ਬੈਠਾ ਹੋਵੇ। ਬਾਕੀ ਮੀਡੀਆ ਇਸ ਕਰਕੇ ਚੁੱਪ ਬੈਠਾ ਰਹੇ ਕਿ ਕਿਉਂਕਿ ਉਹ ਮੀਡੀਆ ਵਾਲੇ ਹੈ ਨਹੀਂ, ਤੇ ਇਹ ਤਾਂ ਗੱਲ ਵੈਸੇ ਨਹੀਂ ਬਣਦੀ। ਜੇ ਬੋਲਣ ਦੀ ਆਜ਼ਾਦੀ ਨਹੀਂ ਰਹੂਗੀ ਤੇ ਪ੍ਰੈਸ ਨੂੰ ਆਜ਼ਾਦੀ ਕਿੱਥੇ ਮਿਲਣੀ ਹੈ? ਆਉਂਦੇ ਆਉਂਦੇ ਅੱਜ ਇੱਕ ਸਾਡੇ ਕੋਲ ਇਹੋ ਜਿਹੀ ਸੱਜੇ ਪੱਖੀ ਸਰਕਾਰ ਹੈ ਜਿਹੜੀ ਕਿ ਓਪਨਲੀ ਚੱਲ ਰਹੀ ਹੈ ਇਸ ਗੱਲ ਦੇ ਉੱਤੇ। ਉਸਨੇ ਜ਼ੋਰ ਲਾਇਆ ਹੋਇਆ ਕਿ ਐਮਬੈਡਡ ਮੀਡੀਆ ਦਾ ਟ੍ਰੈਂਡ ਜਿਹੜਾ ਉਸਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰੀਏ। ਗੌਰੀ ਲੰਕੇਸ਼ ਦੇ ਕਤਲ ਦੇ ਦਿਨ ਨੂੰ ਗੌਰੀ ਲੰਕੇਸ਼ ਡੇ ਮੁਕਰਰ ਕੀਤਾ ਗਿਆ ਬਰਨਬੀ ਵੱਲੋਂ, ਤੇ ਦੇਸੀ ਮੀਡੀਆ ਚੁੱਪ ਕਰਕੇ ਬੈਠਾ ਰਿਹਾ। ਕਿਸੇ ਨੇ ਖਬਰ ਤੱਕ ਨਹੀਂ ਦਿੱਤੀ, ਧੂਆਂ ਤੱਕ ਨਹੀਂ ਕੱਢਿਆ, ਭਾਫ ਨਹੀਂ ਕੱਢੀ। ਇਹ ਤੋਂ ਆਪਾਂ ਕੀ ਮਤਲਬ ਲਈ ਇਸ ਗੱਲ ਦਾ? ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿਹੜੇ ਮੋਦੀ ਦੇ ਗੁਮਾਸ਼ਤੇ ਨੇ ਇੱਥੇ ਇੰਨੇ ਜ਼ਿਆਦਾ ਉਹਨਾਂ ਦਾ ਬੋਲਬਾਲਾ ਵੱਧ ਗਿਆ ਕਿ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ। ਅਸੀਂ ਖਾਲਸਾ ਸਭਾ ਸਾਡੇ ਨੂੰ ਅਪੀਲ ਕੀਤੀ ਕਿ ਵੀ ਇਹਨਾਂ ਨੂੰ ਉੱਥੇ ਆ ਕੇ 2 ਸ਼ਬਦ ਕਹਿਣ ਦਿਓ, ਕਿਉਂਕਿ ਇਹ ਬਹਾਦਰ ਪੱਤਰਕਾਰ ਹੈ, ਸੈਕੂਲਰ ਸੋਚ ਨੂੰ ਪਰਨਾਈ ਹੋਈ ਹੈ। ਆਹ ਗੁਰਦੁਆਰਾ ਜਾਂ ਇਹ ਜਿਹੜੀ ਖਾਲਸਾ ਸਭਾ ਸੋਸਾਇਟੀ ਗਦਰੀਆਂ ਨੇ ਖੜੀ ਕੀਤੀ ਸੀ, ਕਿਉਂਕਿ ਇਹ ਸੈਕੂਲਰ ਸੋਚ ਨੂੰ ਪਰਨਾਈ ਹੋਈ ਇੱਕ ਸੰਸਥਾ ਹੈ ਜੀ। ਉਹਨਾਂ ਨੇ ਸਾਨੂੰ ਪੂਰਾ ਜਵਾਬ ਦੇ ਦਿੱਤਾ। ਆਖੇ ਜੀ ਇਸ ਦਾ ਸ਼ੱਕੀ ਪਿਛੋਕੜ ਹੈ ਜਾਂ ਕੰਟਰੋਵਰਸ਼ੀਅਲ ਪਿਛੋਕੜ। ਹੁਣ ਕੰਟਰੋਵਰਸ਼ੀਅਲ ਪਿਛੋਕੜ ਕਾਹਦਾ ਹੈ? ਇਸ ਕਰਕੇ ਕਿ ਉਹਨੇ ਮੋਦੀ ਨੂੰ ਬੇਨਕਾਬ ਕੀਤਾ, ਜਦੋਂ ਕਿ ਮੋਦੀ ਖੁਦ ਕੰਟਰੋਵਰਸ਼ੀਅਲ ਹੈ। ਤੁਸੀਂ ਉਸ ਦੀ ਗੁਰਦੁਆਰੇ 'ਚ ਅਤੇ ਮੁੱਠੀ ਚਾਬੀ ਕਰਦੇ ਜਦੋਂ ਆਇਆ। ਚੁਣੌਤੀ ਤੁਹਾਡੇ ਕੈਨੇਡਾ ਦੀ ਧਰਤੀ 'ਤੇ ਪਹੁੰਚ ਗਈ ਹੈ ਤੇ ਤੁਸੀਂ ਕੰਮ ਕਰਨੇ ਨਹੀਂ ਸੁੱਤੇ ਪਏ ਹੋ, ਜਾਂ ਜਿਹਨੂੰ ਕਹਿੰਦੇ ਕਿ ਖਚਰੇ ਬਣ ਗਏ ਪਏ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈ ਹਾਂ। ਕੁਝ ਖਿਆਲ, ਕੁਝ ਸਵਾਲ। ਅੱਜ ਦਾ ਦਿਨ ਯਾਨੀ 3 ਮਈ ਦਾ ਦਿਨ ਦੁਨੀਆ ਭਰ ਦੇ ਵਿੱਚ ਵਰਲਡ ਪ੍ਰੈਸ ਫਰੀडम ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪੱਤਰਕਾਰਾਂ ਦੇ ਲਈ ਕਿਹੋ ਜਿਹੀਆਂ ਸਮੱਸਿਆਵਾਂ ਨੇ, ਕਿਹੋ ਜਿਹੀਆਂ ਚੁਣੌਤੀਆਂ ਨੇ, ਇਸ ਸਿਲਸਿਲੇ ਦੇ ਵਿੱਚ ਕੁਝ ਗੱਲਬਾਤ ਆਪਾਂ ਅੱਜ ਇਸ ਮੌਕੇ 'ਤੇ ਕਰਾਂਗੇ। ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਪ੍ਰਸਿੱਧ ਪੱਤਰਕਾਰ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਹੁਣਾਂ ਬਾਰੇ ਦੱਸਦੇ ਹਾਂ ਕਿ ਇਹ ਇੰਡੀਆ ਦੇ ਵਿੱਚ ਲੰਬਾ ਸਮਾਂ ਪੱਤਰਕਾਰੀ ਕਰਦੇ ਰਹੇ, ਖਾਸ ਕਰਕੇ ਅਖਬਾਰਾਂ ਦੇ ਲਈ। ਪਹਿਲਾਂ ਇਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ, ਉਸ ਤੋਂ ਬਾਅਦ ਦ ਟ੍ਰਿਬਿਊਨ ਦੇ ਵਿੱਚ ਕੰਮ ਕੀਤਾ, ਤੇ ਕੈਨੇਡਾ ਆਉਣ ਤੋਂ ਬਾਅਦ ਰੇਡੀਓ ਪੱਤਰਕਾਰੀ ਦਾ ਸਿਲਸਿਲਾ ਸ਼ੁਰੂ ਕੀਤਾ। ਤੇ ਹੁਣ ਬਹੁਤ ਸਾਲਾਂ ਤੋਂ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹਦੀ ਇੱਕ ਵੱਖਰੀ ਪਹਿਚਾਣ ਹੈ ਪੱਤਰਕਾਰੀ ਦੇ ਖੇਤਰ ਦੇ ਵਿੱਚ। ਆਵਾਜ਼ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਅੰਦਾਜ਼ ਹੈ, ਬੇਬਾਕੀ ਦੇ ਲਈ ਇਹ ਜਾਣੇ ਜਾਂਦੇ ਨੇ, ਸਪਸ਼ਟਤਾ ਦੇ ਲਈ ਜਾਣੇ ਜਾਂਦੇ ਨੇ। ਅੱਜ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਗੁਰਪ੍ਰੀਤ ਜੀ ਆਇਆਂ ਨੂੰ। ਨਵਜੋਤ ਜੀ ਬਹੁਤ ਸ਼ੁਕਰੀਆ, ਤੁਸੀਂ ਮੰਚ ਮੁਹੱਈਆ ਕੀਤਾ, ਤੁਹਾਡਾ ਧੰਨਵਾਦ। ਤੁਹਾਡੇ ਨੇਕ ਸ਼ਬਦਾਂ ਲਈ ਮਿਹਰਬਾਨੀ। ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵਰਲਡ ਪ੍ਰੈਸ ਫਰੀडम ਡੇ ਦੀ ਮੁਬਾਰਕਬਾਦ ਜੀ। ਗੱਲ ਮੈਂ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਦੀ ਹਾਂ ਕਿ ਵਰਲਡ ਪ੍ਰੈਸ ਫਰੀडम ਡੇ ਬਾਰੇ ਬੇਸ਼ੱਕ ਹਰ ਸਾਲ ਗੱਲ ਹੁੰਦੀ ਹੈ। ਥੋੜ੍ਹੇ ਜਿਹੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਇਹਦੀ ਬੈਕਗਰਾਊਂਡ ਬਾਰੇ ਜ਼ਰੂਰ ਦੱਸੀਏ ਕਿ ਇਹ ਦਿਨ ਮਿੱਥੇ ਜਾਣ ਦੀ, ਇਹ ਦਿਨ ਮਨਾਏ ਜਾਣ ਦੀ ਲੋੜ ਕਿਉਂ ਪਈ? ਨਵਜੋਤ ਜੀ, ਇਸ ਤਰ੍ਹਾਂ ਕਿ ਵੈਸੇ ਤਾਂ ਜਿਹੜਾ ਦਿਨ ਮੁਕਰਰ ਹੋਇਆ 3 ਮਈ ਦਾ 1993 ਵਿੱਚ UN ਵੱਲੋਂ ਜੀ ਵਰਲਡ ਪ੍ਰੈਸ ਫਰੀडम ਡੇ ਦੇ ਤੌਰ 'ਤੇ, ਪਰ ਇਸ ਦੇ ਲਈ ਜ਼ਮੀਨ ਪਹਿਲਾਂ ਤਿਆਰ ਹੋ ਚੁੱਕੀ ਸੀ। 1991 ਦੇ ਵਿੱਚ ਨਮੀਬੀਆ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਪੱਤਰਕਾਰਾਂ ਦੀ, ਉਹ ਵੀ UN ਦੀ ਸਰਪ੍ਰਸਤੀ ਹੇਠਾਂ, ਕਿਉਂਕਿ ਅਫਰੀਕਾ ਵਿੱਚ ਉਸ ਖਿੱਤੇ ਵਿੱਚ ਇਹ ਚੱਲ ਰਿਹਾ ਸੀ ਦੌਰ ਕਿ ਇੱਕ ਪੱਤਰਕਾਰ ਉਧਾਲੇ ਜਾ ਰਹੇ, ਕਤਲ ਕੀਤੇ ਜਾ ਰਹੇ, ਜੇਲ੍ਹਾਂ ਸੁੱਟੇ ਜਾ ਰਹੇ। ਸੋ ਉਹਨਾਂ ਦਾ ਕਹਿਣਾ ਸੀ ਕਿ ਇੱਕ ਪੱਤਰਕਾਰਾਂ ਲਈ ਇੱਕ ਮਾਹੌਲ ਚਾਹੀਦਾ ਇੱਦਾਂ ਦਾ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰ ਸਕਣ, ਉਹ ਨਿਰਪੱਖ ਹੋ ਕੇ ਕੰਮ ਕਰ ਸਕਣ ਜੀ। ਜਿਹੜੀ ਉਹਨਾਂ ਦੇ ਖਿਲਾਫ ਬੇਲੋੜੀ ਧੱਕੇਸ਼ਾਹੀ ਬੰਦ ਹੋਵੇ, ਪਾਰਦਰਸ਼ੀ ਮਾਹੌਲ ਹੋਵੇ,
ਸੈਂਸਰਸ਼ਿਪ ਵਰਗੀ ਕੋਈ ਚੀਜ਼ ਨਾ ਹੋਵੇ, ਬਿਲਕੁਲ ਆਜ਼ਾਦ ਮਾਹੌਲ ਹੋਵੇ। ਉਸ ਦੇ ਲਈ ਚਾਹੁੰਦੇ ਸੀ ਕਿ ਵੀ ਇਹ ਲਗਾਤਾਰ ਦੁਨੀਆ ਨੂੰ ਦੱਸਿਆ ਜਾਵੇ ਕਿ ਪੱਤਰਕਾਰੀ ਦਾ ਜਿਹੜਾ ਪੇਸ਼ਾ ਹੈ ਕਿੰਨਾ ਪਾਕ ਪਵਿੱਤਰ ਹੈ ਤੇ ਕਿੰਨੀਆਂ ਚੁਣੌਤੀਆਂ ਨੇ। ਸੋ ਤਾਂ ਚੱਲਦੇ 3 ਮਈ ਦਾ ਜਿਹੜਾ ਦਿਨ ਮੁਕਰਰ ਹੋਇਆ 1993 ਦੇ ਵਿੱਚ ਜੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਇਸ ਦਿਨ ਨੂੰ ਮਨਾਇਆ ਜਾਂਦਾ। ਇਸ ਦਿਨ ਦੇ ਉੱਤੇ ਹਮੇਸ਼ਾ ਇਸ ਗੱਲ ਵੱਲ ਧਿਆਨ ਦਿੱਤਾ ਜਾਂਦਾ ਕਿ ਕਿੰਨੇ ਪੱਤਰਕਾਰ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਡਿਊਟੀ ਦੌਰਾਨ ਮਾਰੇ ਗਏ ਨੇ, ਜਾਂ ਕਈਆਂ ਨੂੰ ਤਸੀਹੇ ਚੱਲਣੇ ਪੈ ਰਹੇ ਨੇ। ਸੱਚ ਬੋਲਣਾ ਕਿੰਨਾ ਔਖਾ ਹੁੰਦਾ ਕਈ ਵਾਰੀ। ਇਸ ਤੋਂ ਇਲਾਵਾ ਜਿਹੜੇ ਹੁਣ ਡਿਜੀਟਲ ਮੀਡੀਆ ਦਾ ਯੁੱਗ ਹੈ, ਇਸ ਸਾਲ ਦਾ ਜਿਹੜਾ ਵਰਲਡ ਪ੍ਰੈਸ ਫਰੀडम ਡੇ ਹੈ ਉਹ ਸਮਰਪਿਤ ਪੂਰੀ ਤਰ੍ਹਾਂ ਡਿਜੀਟਲ ਮੀਡੀਆ ਚੁਣੌਤੀਆਂ ਨੂੰ ਹੈ ਕਿ ਨਵੀਆਂ ਚੁਣੌਤੀਆਂ ਕਿਵੇਂ ਆ ਰਹੀਆਂ ਇਸ ਯੁੱਗ ਦੇ ਵਿੱਚ, ਡਿਜੀਟਲ ਮੀਡੀਆ ਦਾ ਕੰਟਰੋਲ ਕਿਵੇਂ ਹੋ ਰਿਹਾ, ਕਿਵੇਂ ਉੱਥੇ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਔਰ ਦੁਨੀਆ ਭਰ 'ਚ ਰੁਝਾਨ ਅਸੀਂ ਵੇਖ ਹੀ ਰਹੇ ਹਾਂ ਕਿ ਜਿੱਥੇ ਪੱਤਰਕਾਰਾਂ ਨੇ ਬਹਾਦਰੀ ਵਿਖਾਈ, ਕਈਆਂ ਨੂੰ ਕਤਲ ਕੀਤਾ ਗਿਆ ਔਰ ਕਈ ਦੇਸ਼ਾਂ ਵਿੱਚ ਕਈ ਤਰ੍ਹਾਂ ਦੇ ਸੰਕਟ ਚੱਲ ਰਹੇ ਨੇ। ਕੋਈ ਮੈਦਾਨ ਜੰਗ 'ਚ ਜਾ ਕੇ ਜਾਨ ਦੇ ਰਿਹਾ, ਕੋਈ ਇਸ ਕਰਕੇ ਕਿ ਲੋਕ ਸੰਘਰਸ਼ਾਂ ਨੂੰ ਕਵਰ ਕਰਦੇ ਆ, ਕਿਸ ਨੂੰ ਮੁਸ਼ਕਲਾਂ ਆਈਆਂ। ਸੋ ਇਹ ਬੇਸਿਕਲੀ ਦਿਨ ਦੇ ਪਿੱਛੇ ਮਨਸ਼ਾ ਇਹ ਹੋਈ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਪ੍ਰੈਸ ਦੀ ਫਰੀडम ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰੈਸ ਸਮਾਜ ਦਾ ਚੌਥਾ ਥੰਬ ਹੈ। ਜੀ ਬਿਲਕੁਲ। ਔਰ ਇਹ ਆਇਨਾ ਵੀ ਹੈ ਸਮਾਜ ਦਾ। ਸੋ ਜੇ ਮੀਡੀਆ ਆਜ਼ਾਦ ਨਹੀਂ ਰਹੂਗਾ, ਆਜ਼ਾਦੀ ਨਾਲ ਕੰਮ ਨਹੀਂ ਕਰ ਸਕੂਗਾ, ਤਾਂ ਫਿਰ ਲੋਕਾਂ ਦੇ ਹੱਕਾਂ ਦੀ ਤਰਜਮਾਨੀ ਕਦੇ ਨਹੀਂ ਹੋਏਗੀ। ਥੋੜਾ ਜਿਹਾ ਤੁਸੀਂ ਡਿਜੀਟਲ ਮੀਡੀਆ ਦੀ ਗੱਲ ਕੀਤੀ ਆ, ਆਮ ਕਰਕੇ ਲੋਕੀ ਤਾਂ ਇਹ ਕਹਿ ਰਹੇ ਆ ਕਿ ਡਿਜੀਟਲ ਮੀਡੀਆ ਆਉਣ ਦੇ ਨਾਲ ਹੁਣ ਹਰ ਇੱਕ ਲਈ ਗੱਲ ਕਹਿਣੀ ਜ਼ਿਆਦਾ ਸੌਖੀ ਹੋ ਗਈ ਹੈ। ਇੰਨੀ ਕੁ ਜ਼ਿਆਦਾ ਸੌਖੀ ਹੋ ਗਈ ਹੈ ਕਿ ਕੋਈ ਕਿਸੇ ਲਈ ਜੋ ਮਰਜ਼ੀ ਬੋਲ ਦਿੰਦਾ, ਕਹਿੰਦੇ ਕੰਟਰੋਲ ਹੀ ਕੋਈ ਨਹੀਂ ਹੈ। ਦੂਸਰੇ ਪਾਸੇ ਪੱਤਰਕਾਰ ਜਿਹੜੇ ਅਸਲ ਦੇ ਵਿੱਚ ਮਿਸ਼ਨ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ, ਉਹਨਾਂ ਦੇ ਖਿਆਲਾਂ ਦੇ ਵਿੱਚ ਇਹ ਹੈਗੇ ਕਿ ਚੈਲੰਜਸ ਬਹੁਤ ਜ਼ਿਆਦਾ ਹੈ, ਪਰ ਸੋਸ਼ਲ ਮੀਡੀਆ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਓਪਨਲੀ ਗੱਲ ਕਰ ਸਕਦੇ ਹਾਂ, ਕਿਸੇ ਵੀ ਫਰੰਟ ਤੇ ਕੋਈ ਵੀ ਗੱਲ ਕੀਤੀ ਜਾ ਸਕਦੀ ਹੈ। ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿ ਜਿਹੜਾ ਇੱਕ ਤਾਂ ਹੁੰਦਾ ਨਾ ਫਰੀडम ਆਫ ਐਕਸਪ੍ਰੈਸ਼ਨ ਤੇ ਇੱਕ ਹੁੰਦੀ ਹੇਟ ਸਪੀਚ, ਇਹਨਾਂ ਦੋਨਾਂ ਨੂੰ ਆਪਾਂ ਇੱਕੋ ਤਕੜੀ 'ਚ ਨਹੀਂ ਤੋਲ ਸਕਦੇ। ਕੋਈ ਵੀ ਕਦੇ ਵੀ ਐਬਸੋਲੂਟ ਫਰੀडम ਦੀ ਗੱਲ ਹੋ ਹੀ ਨਹੀਂ ਸਕਦੀ, ਸੰਭਵ ਹੀ ਹੈ ਨਹੀਂ। ਬਿਲਕੁਲ। ਐਬਸੋਲੂਟ ਫਰੀडम ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਨੂੰ ਗਾਲ ਕੱਢੋਗੇ, ਇਹ ਕਹਿ ਕੇ ਮੈਨੂੰ ਬੋਲਣ ਦੀ ਆਜ਼ਾਦੀ ਹੈ। ਜੇ ਕੋਈ ਇੱਥੇ ਦਹਿਸ਼ਤਗਰਦ ਕਿਸਮ ਦਾ ਅਨਸਰ ਬਿਆਨ ਦੇ ਰਿਹਾ, ਜਿਵੇਂ ਕੈਨੇਡਾ 'ਚ ਹੋ ਚੁੱਕਿਆ, ਕੈਨੇਡਾ ਦੇ ਇਤਿਹਾਸ ਵਿੱਚ ਏਅਰ ਇੰਡੀਆ ਕਾਂਡ ਹੋਇਆ ਸੀ, ਉਸ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਇੱਕ ਕਰੜਪਤੀ ਵੱਲੋਂ, ਜਦੋਂ ਤੱਕ 50,000 ਹਿੰਦੂ ਨਹੀਂ ਮਾਰੇ ਸਾਰੇ ਲਵਾਂਗੇ। ਹੁਣ ਇਹ ਜਿਹੜੀ ਗੱਲ ਹੈ ਨਫ਼ਰਤ ਦੀ ਤਕਰੀਰ ਸੀ ਇਹ ਜੀ। ਇਸ ਨੂੰ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਇਹੋ ਜਿਹੀ ਤਕਰੀਰ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ। ਸੋ ਸਾਨੂੰ ਇਹ ਇੱਕ ਦਰਾਰ ਦੇਖਣੀ ਪਏਗੀ ਕਿ ਲਕੀਰ ਸਾਨੂੰ ਕੱਢਣੀ ਪੈਣੀ ਹੈ। ਹੁਣ ਅੱਜ ਕੀ ਹੋ ਰਿਹਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੋਹਿੰਗਿਆ ਮੁਸਲਿਮ ਭਾਈਚਾਰੇ ਬਾਰੇ ਜ਼ਹਿਰ ਫੈਲਾਈ ਜਾਂਦੀ ਹੈ, ਕੋਈ ਕਾਰਵਾਈ ਨਹੀਂ ਹੋ ਰਹੀ। ਫੇਸਬੁੱਕ ਵਾਲੇ ਵੀ ਕੋਈ ਖਾਸ ਨਹੀਂ ਕਰਦੇ। ਹਿੰਦੁਸਤਾਨ ਦੀ ਮਿਸਾਲ ਸਾਡੇ ਕੋਲ ਹਿੰਦੂਤਵੀ ਸਰਕਾਰ ਹੈ, ਘੱਟ ਗਿਣਤੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਕਿੰਨਾ ਜ਼ਹਿਰ ਉਗਲਿਆ ਜਾ ਰਿਹਾ। ਅਸੀਂ ਕਈ ਵਾਰੀ ਇਹ ਸਮਝਦੇ ਹਾਂ ਕਿ ਜਿਹੜਾ ਫ੍ਰੀ ਐਕਸਪ੍ਰੈਸ਼ਨ ਹੈ ਇਸ ਫॉर ਗ੍ਰਾਂਟਡ ਜੀ, ਇਸ ਦੀ ਆੜ ਹੇਠਾਂ ਅਸੀਂ ਕੁਝ ਵੀ ਜੋ ਜੀ ਆਊਗਾ ਆਪਾਂ ਕਵਾਂਗੇ। ਇੱਕ ਮੈਨੂੰ ਇਹ ਵੀ ਲੱਗਦਾ ਥੋੜਾ ਜਿਹਾ ਕਿ ਜਿਹੜੇ ਲੋਕ ਵੀ ਆ ਕਈ ਵਾਰ ਉਹ ਇਸ ਭੁਲੇਖੇ ਦੇ ਵਿੱਚ ਆ ਕਿ ਜੋ ਕੁਝ ਸੋਸ਼ਲ ਮੀਡੀਆ ਤੇ ਪੈ ਰਿਹਾ ਸ਼ਾਇਦ ਉਹ ਸਾਰੇ ਮੀਡੀਆ ਪਰਸਨ ਹੀ ਆ, ਸਾਰੇ ਉਹ ਪ੍ਰੋਫੈਸ਼ਨਲਸ ਹੀ ਹੈਗੇ ਆ। ਹੁਣ ਕਿਉਂਕਿ ਹਰ ਕਿਸੇ ਦੀ ਪਹੁੰਚ ਦੇ ਵਿੱਚ ਮਾਈਕ ਵੀ ਹੈਗਾ, ਹਰ ਕਿਸੇ ਦੀ ਪਹੁੰਚ ਦੇ ਵਿੱਚ ਕੈਮਰਾ ਵੀ ਹੈਗਾ, ਹਰ ਇੱਕ ਵਿਅਕਤੀ ਜਿਹੜਾ ਉਹਨੂੰ ਪੱਤਰਕਾਰ ਆਪਾਂ ਗਿਣ ਵੀ ਨਹੀਂ ਸਕਦੇ। ਕਈ ਵਾਰ ਇਸ ਗੱਲ ਦਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਭੁਲੇਖਾ ਹੈ। ਦੇਖੋ, ਜਿਹੜੇ ਤਾਂ ਸਥਾਪਿਤ ਅਦਾਰੇ ਨੇ ਉਹਨਾਂ ਦੀ ਆਪਣੀਆਂ ਸੀਮਤਾਈਆਂ ਨੇ, ਪਰ ਉਹਨਾਂ ਦੇ ਕੁਝ ਫਿਲਟਰਸ ਵੀ ਨੇ ਜਿਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ। ਇੱਕ ਅਖਬਾਰ ਜਦੋਂ ਤੁਸੀਂ ਕੱਢਦੇ ਹੋ, ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਉਸ ਵਿੱਚ ਕੀ ਛਪਣਾ ਜੀ ਔਰ ਕੀ ਨਹੀਂ ਛਪਣਾ, ਕਿਸ ਤਰ੍ਹਾਂ ਦੀ ਗੱਲ ਛਾਪੀ ਜਾਵੇ ਔਰ ਕਿਸ ਤਰ੍ਹਾਂ ਦੀ ਗੱਲ ਨਾ ਛਾਪੀ ਜਾਵੇ, ਇਸ ਦਾ ਤੁਹਾਡੇ ਕੋਲ ਕੰਟਰੋਲ ਹੁੰਦਾ ਜੀ। ਔਰ ਉਹ ਫਿਲਟਰ ਜ਼ਰੂਰੀ ਨੇ ਵਾਲੇ ਸਮਾਜ ਦੇ ਲਈ। ਇਸ ਤਰ੍ਹਾਂ ਥੋੜਾ ਕਿ ਤੁਸੀਂ ਜੋ ਮਰਜ਼ੀ ਹੈਡਲਾਈਨ ਦੇ ਦਿਓ ਜਿਹਦੇ ਨਾਲ ਉਕਸਾੜ ਪੈਦਾ ਹੁੰਦੀ ਹੋਵੇ, ਲੋਕਾਂ 'ਚ ਕਿਸੇ ਖਾਸ ਫਿਰਕੇ ਦੀ ਬਦਨਾਮੀ ਕੀਤੀ ਜਾਵੇ। ਮਤਲਬ ਇਸ ਕਿਸਮ ਦੀ ਆਜ਼ਾਦੀ ਦਿੱਤੀ ਨਹੀਂ ਜਾ ਸਕਦੀ। ਜ਼ਿੰਮੇਵਾਰੀ ਮੀਡੀਆ ਨੇ ਫਿਲਟਰ ਰੱਖੇ ਹੋਏ ਆ। ਫਿਲਟਰਾਂ ਦਾ ਮਤਲਬ ਇਹ ਹੁੰਦਾ ਕਿ ਹਰ ਚੀਜ਼ ਦੀ ਜਿਹੜੀ ਪੁਨਛਾਣ ਹੋਵੇ ਔਰ ਤੱਥ ਜਿਹੜੇ ਸਹੀ ਹੋਣ, ਭਾਸ਼ਾ ਸ਼ਾਲੀਨ ਹੋਵੇ ਔਰ ਜਿਹੜਾ ਥੋੜੇ ਲਫ਼ਜ਼ਾਂ ਵਿੱਚ ਆਪਾਂ ਜੇ ਹਰ ਇੱਕ ਕਹਾਣੀ ਦੀ ਸੀਮਤਾਈ ਹੁੰਦੀ ਹੈ ਜੀ। ਕੋਈ ਕਹਾਣੀ 200 ਸ਼ਬਦਾਂ 'ਚ ਬਿਆਨ ਕੀਤੀ ਜਾ ਸਕਦੀ, ਕਿਸੇ ਕਹਾਣੀ ਨੂੰ ਲੋੜ ਹੁੰਦੀ ਹੈ ਵੱਧ ਸ਼ਬਦਾਂ ਦੀ। ਸੋ ਇਸ ਦਾ ਸੰਤੁਲਨ ਬਣਾਉਣਾ ਇਹ ਸਾਰਾ ਜਿਹੜਾ ਟੀਮ ਵਰਕ ਹੈ, ਉਹਦੇ ਲਈ ਇਹ ਫਿਲਟਰਸ ਦੀ ਜਿਹੜੀ ਹੋਂਦ ਬਹੁਤ ਜ਼ਰੂਰੀ ਹੈ। ਸੋ ਉਹ ਜਿੱਥੇ ਜਿਹੜੇ ਜ਼ਿੰਮੇਵਾਰ ਅਦਾਰੇ ਨੇ ਉਹਨਾਂ ਦੇ ਫਿਲਟਰ ਰੱਖੇ ਹੋਏ ਆਪਣੇ, ਉੱਥੇ ਜ਼ਾਹਰਾ ਤੌਰ ਤੇ ਇਹ ਤਾਂ ਹੈ ਨਹੀਂ ਕਿ ਤੁਸੀਂ ਅੱਜ ਜੋ ਜੀ ਕੀਤਾ ਜਾ ਕੇ ਲਿਖਤਾ ਉਹਨਾਂ ਨੇ ਛਾਪਤਾ। ਸੋਸ਼ਲ ਮੀਡੀਆ ਤੁਹਾਨੂੰ ਖੁੱਲ੍ਹ ਮਿਲ ਗਈ ਇਸ ਕਿਸਮ ਦੀ ਕਿ ਤੁਸੀਂ ਆਪਣੇ ਇੱਛਾ ਅਨੁਸਾਰ ਜੋ ਮਰਜ਼ੀ ਪ੍ਰਗਟਾਈ ਚਲੋ। ਉੱਥੇ ਜ਼ਿੰਮੇਵਾਰੀ ਤੁਹਾਡੀ ਆਪਣੀ ਨਿੱਜੀ ਤੌਰ ਤੇ ਬਣਦੀ ਕਿ ਮੈਂ ਕਿਹੜੀ ਗੱਲ ਕਹਿਣੀ, ਕਿਹੜੀ ਨਹੀਂ ਕਹਿਣੀ ਜੀ। ਕਈ ਵਾਰੀ ਅਸੀਂ ਵੇਖਦੇ ਕਿ ਜਾਲੀ ਖਬਰਾਂ ਵੀ ਸੋਸ਼ਲ ਮੀਡੀਆ ਦੇ ਲੋਕੀ ਚਾੜ ਦਿੰਦੇ ਆ, ਫੇਕ ਨਿਊਜ਼ ਦਾ ਜਿਹੜਾ ਕਨਸੈਪਟ ਹੈ ਟੈਂਪਲੇਟ ਬਣਾ ਕੇ। ਕਈ ਉਸ ਨੂੰ ਬੇਧਿਆਨੀ ਦੇ ਵਿੱਚ ਜਾਂ ਸ਼ਰਾਰਤ ਵਜੋਂ ਸ਼ੇਅਰ ਵੀ ਫਟਾਫਟ ਕਰ ਦਿੰਦੇ ਜੀ। ਉਹਦੇ ਨਾਲ ਸਾਰੇ ਪਾਸੇ ਝੂਠੀਆਂ ਖਬਰਾਂ ਫੈਲਦੀਆਂ। ਆ ਪਿੱਛੇ ਜੇ ਕੁਝ ਫਿਲਮੀ ਹਸਤੀਆਂ ਦੇ ਬਾਰੇ ਖਬਰਾਂ ਚੱਲੀਆਂ, ਵੱਡੇ ਵੱਡੇ ਸਿਆਸਤਦਾਨਾਂ ਬਾਰੇ ਕੋਈ ਚੱਲ ਵਸੇ ਨੇ, ਹਾਲਾਂਕਿ ਉਹ ਚੰਗੇ ਭਲੇ ਨੇ, ਠੀਕ ਹੈ। ਸੋ ਇਹ ਤਾਂ ਹੀ ਹੋ ਸਕਦਾ ਹੁੰਦਾ ਕਿਉਂਕਿ ਉੱਥੇ ਕੋਈ ਕੁੰਡਾ ਹੈ ਨਹੀਂਗਾ। ਸਥਾਪਿਤ ਮੀਡੀਆ ਦਾ ਕੁੰਡਾ ਹੁੰਦਾ ਇੱਕ, ਐਡੀਟਰ ਤੋਂ ਲੈ ਕੇ ਪੱਤਰਕਾਰਾਂ ਦੇ ਵਿਚਾਲੇ ਕਈ ਤਰ੍ਹਾਂ ਦੀਆਂ ਮਤਲਬ ਵਿੱਚ ਪੂਰੇ ਪੜਾਅ ਹੁੰਦੇ। ਉਹ ਪਹਿਲਾਂ ਤੈਅ ਹੁੰਦਾ ਕਿ ਅੱਜ ਸਟੋਰੀ ਕਿਹੜੀ ਕਰਨੀ, ਕਿਹੜੇ ਰਿਪੋਰਟਰ ਦੀ ਕਿਹੜੀ ਸਟੋਰੀ ਕਰਕੇ ਲਿਆਉਣੀ ਜ਼ਿੰਮੇਵਾਰੀ।
ਜੀ ਕਿੰਨੇ ਸ਼ਬਦ ਉਹਦੇ ਹੋਣਗੇ, ਕਿੰਨੀ ਸਪੇਸ ਉਹਨੂੰ ਦੇਵਾਂਗੇ, ਉਹ ਕਿਹੜੇ ਸਫ਼ੇ ਤੇ ਲੱਗੂਗੀ। ਫਿਰ ਉਹਦੇ 'ਚ ਪੈਰ ਤੇ ਉਹਦੀ ਪੂਰੀ ਛਾਣਬੀਣ ਵੀ ਹੁੰਦੀ, ਖਬਰ ਸਹੀ ਹੈ ਗਲਤ ਹੈ। ਜਿਹੜਾ ਡੈਸਕ ਤੇ ਬੈਠਾ ਉਹ ਵੀ ਧਿਆਨ ਦਿੰਦਾ ਕਿ ਇਸ ਖਬਰ ਦੇ ਵਿੱਚ ਦੂਜੀ ਸਾਈਡ ਦਾ ਵਰਸ਼ਨ ਹੈ ਨਹੀਂ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਉਸ ਇੱਕ ਬੰਦੇਜ 'ਚ ਕੰਮ ਕਰਾਂਗੇ। ਉਹ ਬੰਦੇਜ ਜਿਹੜਾ ਉਸ ਇੱਕ ਜ਼ਿੰਮੇਵਾਰ ਅਦਾਰੇ ਦੀ ਲੋੜ ਹੈ। ਐਗਜ਼ੈਕਟਲੀ, ਉਸ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਆਪਾਂ ਸੋਸ਼ਲ ਮੀਡੀਆ ਤੇ ਜਿਹੜੀ ਆਪਾਂ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਇੰਨੀ ਖੁੱਲ੍ਹ ਲੈ ਲਈਏ ਜਾਂ ਦੇ ਦਈਏ, ਮੇਰੇ ਖਿਆਲ ਉਹ 'ਚ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ। ਸਾਨੂੰ ਉਹਦੇ ਬਾਰੇ ਵੀ ਬਹੁਤ ਸੰਕੋਚ ਨਾਲ ਗੱਲ ਕਰਨੀ ਚਾਹੀਦੀ ਹੈ। ਆਪਾਂ ਥੋੜਾ ਜਿਹਾ ਜੇ ਅੱਜ ਦੇ ਦਿਨ ਤੇ ਇਹ ਝਾਤੀ ਮਾਰਨ ਦੀ ਕੋਸ਼ਿਸ਼ ਕਰੀਏ ਕਿ ਗਲੋਬਲ ਲੈਵਲ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀ ਹੋ ਰਿਹਾ ਹੈ, ਕਿ ਇਹ ਜਿਹੜੇ ਜਰਨਲਿਸਟ ਆ ਉਹਨਾਂ ਦੇ ਉੱਤੇ ਪ੍ਰੈਸ਼ਰਸ ਵੱਧ ਰਹੇ ਨੇ, ਉਹਨਾਂ ਦੇ ਨਾਲ ਲੋਕ ਜੁੜ ਰਹੇ ਆ। ਤੇ ਦੂਸਰਾ ਮੈਂ ਚਾਹੁੰਦੀ ਹਾਂ ਕਿ ਆਪਾਂ ਇੰਡੀਆ ਤੇ ਥੋੜਾ ਜਿਹਾ ਧਿਆਨ ਪਾਈਏ, ਤੇ ਤੀਸਰਾ ਜਿਹੜਾ ਆਪਣਾ ਪੜਾਅ ਹੋਊਗਾ ਆਪਾਂ ਲੋਕਲ ਲੈਵਲ ਦੀ ਗੱਲ ਕਰਾਂਗੇ। ਸੋ ਲੈਟਸ ਸਟਾਰਟ ਵਿਦ ਦ ਗਲੋਬਲ ਸੀਨ। ਇਸ ਵੇਲੇ ਕੀ ਤਸਵੀਰ ਹੈ ਮੀਡੀਆ ਦੀ? ਦੇਖੋ, ਜੇ ਤਾਂ ਆਪਾਂ ਗਲੋਬਲ ਦੇ ਉੱਤੇ ਯੂਕਰੇਨ ਦੇ ਹਵਾਲੇ ਨਾਲ ਗੱਲ ਕਰ ਲਈ, ਇਸ ਵੇਲੇ ਗਰਮਾਇਆ ਹੋਇਆ ਮੁੱਦਾ ਜੀ। ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਣਾ ਕਿ ਯੂਕਰੇਨ ਦੇ ਉੱਤੇ ਸਟੋਰੀ ਨੂੰ ਤਰਜੀਹ ਨਹੀਂ ਕਿਉਂ ਦਿੱਤੀ ਜਾ ਰਹੀ ਹੈ। ਕਹਾਣੀਆਂ ਦੁਨੀਆ 'ਚ ਹੋਰ ਵੀ ਨੇ ਬੜੀਆਂ ਮਹੱਤਵਪੂਰਨ ਨੇ ਜਿਹੜੀਆਂ ਇਗਨੋਰ ਹੋ ਰਹੀਆਂ ਜੀ। ਇੱਕ ਖਾਸ ਮੁੱਦੇ ਨੂੰ ਇੰਨੀ ਹਵਾ ਦੇਣੀ, ਉਸ ਦੇ ਉੱਤੇ ਜ਼ਿਆਦਾ ਤਵੱਜੋ ਲਾਉਣੀ, ਰਿਸੋਰਸਿਸ ਲਾ ਦੇਣੇ, ਉਹਦੇ ਨਾਲ ਕਈ ਹੋਰ ਖਬਰਾਂ ਇਗਨੋਰ ਹੋ ਰਹੀਆਂ ਜੀ। ਇੱਕ ਤਾਂ ਚੁਣੌਤੀ ਇਹ ਵੀ ਹੈ। ਇਸ ਵਿੱਚ ਹਰ ਇੱਕ ਤਰ੍ਹਾਂ ਦਾ ਇੰਟਰਸਟ ਕੰਮ ਕਰ ਰਿਹਾ, ਵੱਡੀਆਂ ਤਾਕਤਾਂ ਦਾ ਇੰਟਰਸਟ ਵੀ ਕੰਮ ਕਰ ਰਿਹਾ, ਜਿਹੜੀਆਂ ਚਾਹੁੰਦੇ ਕਿ ਯੂਕਰੇਨ ਦੇ ਮੁੱਦੇ ਨੂੰ ਤੁਸੀਂ ਤਰਜੀਹ ਦਿਓ, ਬਾਕੀ ਨੂੰ ਇਗਨੋਰ ਕਰ ਦਿਓ। ਉੱਥੇ ਜਿਹੜਾ ਮੀਡੀਆ ਕਈ ਵਾਰੀ ਉਸਦੀ ਆਪਣੀ ਬੰਦੇ ਇਸ ਕਿਸਮ ਦੀ ਵੀ ਚੱਲ ਪੈਂਦੇ ਕਿ ਤੁਸੀਂ ਇਸ਼ਤਿਹਾਰ ਵੀ ਲੈਣੇ ਆ ਜੀ, ਤੁਸੀਂ ਇਸ ਮਾਹੌਲ 'ਚ ਕੰਮ ਕਰਨਾ। ਔਰ ਮੀਡੀਆ ਬੁਨਿਆਦੀ ਤੌਰ ਤੇ ਜਿਹੜਾ ਸਭ ਤੋਂ ਵੱਡਾ ਫਲॉ ਕਿਸੇ ਸਥਾਪਿਤ ਮੀਡੀਆ ਦਾ, ਉਹ ਬੁਨਿਆਦੀ ਤੌਰ ਤੇ ਕੰਜ਼ਰਵੇਟਿਵ ਹੁੰਦਾ, ਸੰਕੋਚਮਈ ਹੁੰਦਾ ਮੀਡੀਆ, ਕਿਉਂਕਿ ਉਸਦੇ ਕੋਲ ਮਜਬੂਰੀਆਂ ਹੁੰਦੀਆਂ, ਉਸਨੇ ਇਸ਼ਤਿਹਾਰ ਵੀ ਲੈਣੇ ਆ, ਉਸਨੇ ਇੱਕ ਖਾਸ ਬੰਦੇ 'ਚ ਕੰਮ ਵੀ ਕਰਨਾ, ਫਿਲਟਰ ਵੀ ਨੇ। ਉਹਦੇ ਚੱਲਦਿਆਂ ਮੀਡੀਆ ਦੀ ਹਮੇਸ਼ਾ ਕੋਸ਼ਿਸ਼ ਹੋਵੇਗੀ ਕੋਈ ਵੀ ਖਬਰ ਆਪਾਂ ਦੇਣੀ ਹੈ, ਖਬਰ ਦੀ ਮੈਂ ਗੱਲ ਕਰ ਰਿਹਾ, ਸੰਪਾਦਕੀ ਦੀ ਗੱਲ ਨਹੀਂ ਕਰ ਰਿਹਾ ਜੀ। ਖਬਰ ਜਦੋਂ ਦੇਣੀ ਹੈ ਤਾਂ ਕਿਧਰੇ ਨਾ ਕਿਧਰੇ ਸਾਨੂੰ ਮਿਡਲ ਆਫ ਦਾ ਰੋਡ ਚੱਲਣਾ ਪੈਣਾ, ਬਚ ਕੇ ਬਚਾ ਰੱਖ ਕੇ ਆਪਣਾ। ਆਪਾਂ ਉਲਾਰ ਹੋ ਕੇ ਇੱਕ ਪਾਸੇ ਦੀ ਖਬਰ ਜਾਂ ਦੂਜੇ ਪਾਸੇ ਦੀ ਖਬਰ ਨਹੀਂ ਦੇ ਸਕਦੇ। ਸਾਨੂੰ ਕੋਈ ਨਾ ਕੋਈ ਬੈਲੈਂਸ ਲੈ ਕੇ ਚੱਲਣਾ ਪਊਗਾ। ਇਹ ਮੀਡੀਆ ਦੀ ਇੱਕ ਬੁਨਿਆਦੀ ਤਬੀਅਤ ਹੈ। ਜਿੱਥੇ ਬੈਲੈਂਸ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਆਪਾਂ ਹਮੇਸ਼ਾ ਕਹਿੰਦੇ ਆਪਾਂ ਪੜ੍ਹਦੇ ਹਾਂ ਪੱਤਰਕਾਰੀ, ਤੁਸੀਂ ਵੀ ਪੜ੍ਹੀ ਆ, ਮੈਂ ਵੀ ਪੜ੍ਹੀ ਆ। ਆਪਾਂ ਨੂੰ ਹਮੇਸ਼ਾ ਪਹਿਲੀ ਚੀਜ਼ ਇਹੀ ਸਿਖਾਈ ਜਾਂਦੀ ਆ ਕਿ ਵੀ ਇਹ ਜਿਹੜਾ ਚੈੱਕ ਜ਼ਰੂਰ ਹੋਣਾ ਚਾਹੀਦਾ, ਫੇਅਰਨੈਸ ਹੋਣੀ ਚਾਹੀਦੀ ਆ, ਸਾਡਾ ਕਿਸੇ ਪਾਸੇ ਨੂੰ ਉਲਾਰ ਨਹੀਂ ਹੋਣਾ ਚਾਹੀਦਾ। ਪਰ ਮੈਨੂੰ ਲੱਗਦਾ ਹੈ ਕਿ ਮੀਡੀਆ ਪਰਸਨਸ ਦੇ ਉੱਤੇ ਇੱਕ ਪ੍ਰੈਸ਼ਰ ਬਹੁਤ ਜ਼ਿਆਦਾ ਇਸ ਚੀਜ਼ ਦਾ ਵੀ ਵੱਧ ਗਿਆ ਕਿ ਟੂ ਬੀ ਫਸਟ ਵਿਦ ਦ ਨਿਊਜ਼, ਕਿਉਂਕਿ ਹੁਣ ਡਿਜੀਟਲ ਮੀਡੀਆ ਵੀ ਆ ਗਿਆ, ਸੈਕਿੰਡਸ ਦੇ ਵਿੱਚ ਖਬਰ ਚਲੀ ਜਾਂਦੀ ਹੈ। ਬਹੁਤ ਵਾਰੀ ਇਹ ਕ੍ਰੈਡਿਟ ਲੈਣ ਦੇ ਚੱਕਰ ਦੇ ਵਿੱਚ ਕਿ ਅਸੀਂ ਸਭ ਤੋਂ ਪਹਿਲਾਂ ਨਿਊਜ਼ ਬ੍ਰੌਡਕਾਸਟ ਕੀਤੀ ਹੈ, ਉਹ ਗਲਤ ਖਬਰ ਵੀ ਜਾਂਦੀ ਹੈ, ਉਹ ਇੱਕ ਪੱਖੀ ਵੀ ਜਾਂਦੀ ਹੈ। ਮਨਜੋਤ ਜੀ, ਗੱਲ ਅਸਲ ਹੈ ਕਿ ਹਾਲਾਤ ਜਿਸ ਤਰੀਕੇ ਦੇ ਕਰਵਟ ਲੈ ਰਹੇ ਆ, ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਖਾਸ ਤੌਰ ਤੇ ਬੈਲੈਂਸ ਦੇ ਵਿੱਚ ਵੀ ਕਈ ਤਰ੍ਹਾਂ ਦੀ ਦਿੱਕਤਾਂ ਆਉਣੀ ਸ਼ੁਰੂ ਹੋ ਗਈ ਹੈ ਜੀ। ਕਈ ਲੋਕ ਹੁਣ ਸਵਾਲ ਕਰਦੇ ਨੇ ਕਿ ਬੈਲੈਂਸ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰਦੇ ਹੋ। ਇੱਕ ਤਾਂ ਬੈਲੈਂਸ ਇਹ ਹੋਇਆ ਕਿ ਤੁਸੀਂ ਦੋਨਾਂ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਜੀ। ਜੇ ਸਪੋਜ਼ ਕਿਸੇ ਥਾਂ ਤੇ ਲੜਾਈ ਲੱਗੀ ਹੋਈ ਆ ਤੇ ਦੋ ਧਿਰਾਂ ਨੇ ਜ਼ਾਹਿਰ ਤੌਰ ਤੇ ਜੀ, ਔਰ ਉਹਨਾਂ ਦੋਨਾਂ ਧਿਰਾਂ ਦੇ ਆਪੋ ਆਪਣਾ ਕੇਸ ਹੈ, ਉਸ ਨੂੰ ਸਮਝਣ ਲਈ ਬੈਲੈਂਸ ਕਰਨਾ ਇੱਕ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ। ਪਰ ਕਈ ਵਾਰੀ ਬੈਲੈਂਸ ਦੇ ਨਾਂ ਤੇ ਇਹ ਵੀ ਧੱਕਾ ਹੋ ਰਿਹਾ ਕਿ ਜਿੱਥੇ ਸਾਨੂੰ ਪਤਾ ਹੀ ਹੈ ਕਿ ਇੱਕ ਧਿਰ ਜਿਹੜੀ ਆ ਉਹ ਮਜ਼ਬੂਤ ਧਿਰ ਹੈ, ਕਮਜ਼ੋਰ ਹੈ, ਇੱਕ ਲਿਤਾੜੀ ਜਾ ਰਹੀ ਧਿਰ ਹੈ, ਇੱਕ ਦੂਜੀ ਲਿਤਾੜਨ ਵਾਲੀ ਹੈ, ਹਨਾ। ਉਹਨਾਂ ਦੇ ਵਿਚਕਾਰ ਸੰਤੁਲਨ ਖੜਾ ਕਰਨਾ ਸੰਭਵ ਹੀ ਹੈ ਨਹੀਂ ਔਰ ਸਹੀ ਵੀ ਹੈ ਨਹੀਂ। ਸਹੀ ਹੈ। ਉਸੇ ਤੁਹਾਨੂੰ ਕਹਿਣਾ ਪੈਣਾ ਸਪਸ਼ਟ ਤੌਰ ਤੇ ਕਿ ਹਾਂ ਵੀ ਇੱਥੇ ਇੱਕ ਘੱਟ ਗਿਣਤੀ ਦਾ ਧੱਕਾ ਹੋਇਆ, ਜਾਂ ਇੱਥੇ ਰਾਜ ਕਰ ਰਹੀ ਧਿਰ ਨੇ ਆ ਕੇ ਇੱਥੇ ਫਾਇਰਿੰਗ ਕੀਤੀ, ਜਿਹਨੇ ਸਪੋਜ਼ ਜਿਵੇਂ ਖਬਰਾਂ ਆਉਂਦੀਆਂ ਕਿ ਮੁਕਾਬਲਾ ਹੋਇਆ, ਤਾਂ ਉਹਦਾ ਪ੍ਰੈਸ ਨੋਟ, ਪੁਲਿਸ ਦਾ ਪ੍ਰੈਸ ਨੋਟ ਆ ਗਿਆ ਕਿ ਮੁਕਾਬਲਾ ਹੋਇਆ ਜੀ, ਉੱਥੇ ਖਾੜਕੂਆਂ ਦੀ ਰਿਪੋਰਟ ਮਿਲੀ, ਅਸੀਂ ਪਹੁੰਚੇ, ਗੋਲੀ ਚੱਲੀ ਤੇ ਆਹ 4 ਖਾੜਕੂ ਮਰ ਗਏ। ਤੇ ਪਰ ਪੱਤਰਕਾਰ ਦਾ ਸਵਾਲ ਤਾਂ ਇਹ ਬਣਦਾ ਨਾ ਕਿ ਪ੍ਰੈਸ ਨੋਟ ਤੋਂ ਬਿਯੋਂਡ ਜਾਣਾ, ਕਿਉਂਕਿ ਪ੍ਰੈਸ ਨੋਟ ਇੱਕ ਪ੍ਰਾਇਮਰੀ ਸੋਰਸ ਆਫ ਇਨਫੋਰਮੇਸ਼ਨ ਹੈ। ਤੁਸੀਂ ਉਸ ਨੂੰ ਖਬਰ ਦੇ ਤੌਰ ਤੇ ਨਹੀਂ ਯੂਜ਼ ਕਰ ਸਕਦੇ, ਉਸ ਦੇ ਬੇਸ ਤੇ ਤੁਸੀਂ ਆਪਣਾ ਦਿਮਾਗ ਲੜਾ ਕੇ ਖਬਰ ਲਿਖਣੀ ਹੁੰਦੀ। ਫਿਰ ਤੁਸੀਂ ਸਵਾਲ ਚੁੱਕੋ ਉਹਦੇ ਚ ਕਿ ਜਿਹੜੇ ਆ ਗੋਲਾਬਾਰੀ ਜੇ ਹੋਈ ਸੀ, ਸਾਨੂੰ ਦੱਸਣ ਦੀ ਕਿਰਪਾਲਤਾ ਕਰੋ ਕਿ ਕਿੰਨੇ ਕੁ ਪੁਲਿਸ ਵਾਲੇ ਜ਼ਖਮੀ ਹੋਏ ਆ, ਤੇ ਗੋਲੀ ਮਤਲਬ ਜਦੋਂ ਚੱਲੀ ਤਾਂ ਕੋਈ ਹੋਰ ਕਿਹੜੇ ਤਰੀਕੇ ਇਸਤੇਮਾਲ ਕੀਤੇ ਗਏ, ਕਿ ਇਹ ਕੋਸ਼ਿਸ਼ ਕੀਤੀ ਗਈ ਕਿ ਗੋਲੀਆਂ ਪੈਰਾਂ 'ਚ ਮਾਰੀਆਂ ਜਾਣ, ਨਾ ਕਿ ਲੱਕ ਤੋਂ ਉੱਪਰ ਮਾਰ ਗਿਆ ਜਾਣ, ਜਿੰਨਾ ਕਿ ਜਾਨਾਂ ਬਚ ਸਕਦੀਆਂ ਸੀਗੀਆਂ। ਇਹ ਸਵਾਲ ਚੁੱਕਣੇ ਮੀਡੀਆ ਦਾ ਕੰਮ ਬਣਦਾ। ਬਿਲਕੁਲ। ਸੋ ਕਈ ਵਾਰੀ ਬੈਲੈਂਸ ਦੇ ਨਾਂ ਤੇ ਇਹ ਵੀ ਇੱਕ ਦਸਤੂਰ ਚੱਲ ਪਿਆ ਕਿ ਜੋ ਸਰਕਾਰ ਨੇ ਕਹਿਤਾ ਤੁਸੀਂ ਉਸ ਨੂੰ ਉਹਦੇ ਨੂੰ ਛਾਪੀ ਜਾ ਰਹੇ, ਮੂੰਹ ਚੋਪੜਨ ਦੀ ਖਾਤਰ ਇੱਕ ਦੋ ਬਿਆਨ ਲਾਤੇ ਕਿਸੇ ਦੇ। ਸੋ ਉਹ ਕੰਮ ਨਹੀਂ ਹੈ ਤੁਹਾਡਾ। ਪ੍ਰੈਸ ਨੋਟਾਂ ਤੋਂ ਬਿਯੋਂਡ ਜਾ ਕੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਮੇਰਾ ਇਹ ਕਹਿਣਾ। ਸੋ ਗਲੋਬਲ ਪੱਧਰ ਤੇ ਜਿੱਥੇ ਆਪਾਂ ਗੱਲ ਕਰ ਰਹੇ ਹਾਂ, ਥੋੜੀ ਦੇਰ ਪਹਿਲਾਂ ਤੁਸੀਂ ਗੱਲ ਕੀਤੀ ਯੂਕਰੇਨ ਦੀ, ਇਸੇ ਤਰ੍ਹਾਂ ਦੁਨੀਆ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਖਬਰਾਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ, ਜਾਂ ਬਈ ਜਿਹੜੇ ਪੱਤਰਕਾਰ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਉਹ ਕੁਝ ਖਾਸ
ਥਾਵਾਂ ਤੋਂ ਜਾ ਕੇ ਕੁਝ ਖਾਸ ਐਂਗਲਸ ਤੋਂ ਜਾ ਕੇ ਕਿਸੇ ਘਟਨਾ ਦੀ ਉਹ ਕਵਰੇਜ ਨਾ ਕਰਨ ਜਾਂ ਕੁਝ ਚੀਜ਼ਾਂ ਦਬਾ ਕੇ ਰੱਖਣ ਦੀ। ਤੁਸੀਂ ਕੁਝ ਮੈਂਸ਼ਨ ਕਰ ਰਹੇ ਸੀ ਥੋੜੀ ਦੇਰ ਪਹਿਲਾਂ ਮੇਰੇ ਨਾਲ, ਆਪਾਂ ਆਫ ਦਾ ਏਅਰ ਗੱਲਾਂ ਕਰ ਰਹੇ ਸੀ, ਅਫਗਾਨਿਸਤਾਨ ਦਾ ਜ਼ਿਕਰ ਕੀਤਾ ਸੀ, ਖਾਸ ਕਰਕੇ ਔਰਤਾਂ ਦਾ ਗੱਲ ਜਿਹੜੀ ਸੀ। ਮੈਂ ਚਾਹੁੰਦੀ ਹਾਂ ਕਿ ਉਹ ਸਾਡੇ ਸੁਣਨ ਵਾਲਿਆਂ ਨਾਲ ਵੀ ਤੁਸੀਂ ਸਾਂਝੀ ਕਰੋ। ਦੇਖੋ, ਉਹ ਜਿਹੜੀ ਖਬਰ ਉਹ ਕੈਨੇਡੀਅਨ ਖਬਰ ਮੈਂ ਕਹੂੰਗਾ ਉਸਨੂੰ, ਕਿਉਂਕਿ ਕਾਰਨ ਹੈ ਕਿ ਕੈਨੇਡਾ ਅਫਗਾਨਿਸਤਾਨ ਦੇ ਮਿਸ਼ਨ ਵਿੱਚ ਸ਼ਾਮਲ ਸੀਗਾ। ਬਿਲਕੁਲ। ਜਿਹੜੀਆਂ ਉੱਥੇ ਕਿਉਂਕਿ ਤਾਲਿਬਾਨ ਦਾ ਰਾਜ ਸੀ ਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਹੱਕ ਨਹੀਂ ਸੀ ਮਿਲੇ ਹੋਏ, ਨਾ ਉਹ ਘਰੋਂ ਕੱਲੀਆਂ ਬਾਹਰ ਜਾ ਸਕਦੀ ਸੀ, ਨਾ ਕੰਮ ਕਰ ਸਕਦੀ ਸੀ, ਮੀਡੀਆ 'ਚ ਕੰਮ ਕਰਨ ਦੀ ਖੁੱਲ੍ਹ ਨਹੀਂ ਸੀ ਉਹਨਾਂ ਨੂੰ। ਫਿਰ ਇੱਕ ਦੌਰ ਆਇਆ ਕਿ ਔਰਤਾਂ ਨੂੰ ਇਸ ਗੱਲ ਲਈ ਪ੍ਰੇਰਿਆ ਗਿਆ ਕਿ ਤੁਸੀਂ ਠੀਕ ਹੈ, ਤੁਸੀਂ ਖੁੱਲ੍ਹ ਕੇ ਕੰਮ ਕਰੋ। ਸਪਾਂਸਰ ਵੀ ਕੀਤਾ ਗਿਆ, ਉਹਨਾਂ ਨੂੰ ਪੈਸੇ ਵੀ ਦਿੱਤੇ ਗਏ, ਮਦਦ ਕੀਤੀ ਗਈ। ਅੱਜ ਹਾਲਾਤ ਇਹ ਬਣੇ ਕਿ ਤਾਲਿਬਾਨ ਮੁੜ ਕੇ ਸੱਤਾ 'ਚ ਆ ਗਏ ਨੇ। ਹੁਣ ਉਹਨਾਂ ਔਰਤਾਂ ਲਈ ਕੰਮ ਕਰਨਾ ਵੀ ਔਖਾ, ਉਸ ਮੁਆਸ਼ਰੇ 'ਚ ਰਹਿਣਾ ਵੀ ਔਖਾ। ਉਹਨਾਂ ਨੂੰ ਚੋਗਾ ਤੇ ਪਾ ਦਿੱਤਾ ਕਿ ਤੁਹਾਨੂੰ ਅਸੀਂ ਬਾਹਰ ਕੱਢਾਂਗੇ। ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਹੁਣ ਨਹੀਂ ਹੋ ਰਹੀ, ਉਹ ਰੁੜੀਆਂ ਫਿਰਦੀਆਂ। ਹੁਣ ਸ਼ਰਮ ਦੀ ਗੱਲ ਹੈ ਕਿ ਕੈਨੇਡਾ ਸਰਕਾਰ ਉਹ ਯੂਕਰੇਨ ਦੇ ਲੋਕਾਂ ਦੀ ਤਾਂ ਹੁਣ ਉਹਨਾਂ ਨੂੰ ਲਿਆਉਣ ਤੱਤਪਰ ਹੋ ਗਈ ਹੈ, ਪਰ ਅਫਗਾਨਿਸਤਾਨ ਦਾ ਮੁੱਦਾ ਹਊ ਪਰੇ ਕਰ ਦਿੱਤਾ ਗਿਆ। ਇਹਦੇ 'ਚ ਨਸਲਵਾਦ ਦੀ ਵੀ ਬੋ ਆ ਰਹੀ ਹੈ ਕਿ ਯੂਕਰੇਨੀ ਮੂਲ ਦੇ ਲੋਕ ਜਿਹੜੇ ਮੁੱਖ ਤੌਰ ਤੇ ਗੋਰੇ ਆ, ਉਹਨਾਂ ਨੂੰ ਤਰਜੀਹ ਦੇਣਾ ਤੇ ਅਫਗਾਨਿਸਤਾਨ ਦੀ ਉਹਨਾਂ ਔਰਤਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦੇਣਾ ਜਿਹੜੀਆਂ ਕਿ ਕਿਸੇ ਘੱਟ ਗਿਣਤੀ ਫਿਰਕਿਆਂ ਜੁੜੀਆਂ ਹੋਈਆਂ। ਸੋ ਇਹ ਸਵਾਲ ਤਾਂ ਉੱਠ ਰਹੇ। ਸੋ ਉਹ ਵੀ ਪੱਤਰਕਾਰੀ ਦੇ ਤੌਰ ਤੇ, ਜੇ ਇੱਥੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਡੀਆਂ ਚੁੱਕ ਕੇ ਜ਼ੋਰ ਦਿੰਦੇ ਨੇ ਕਿ ਜੀ ਫਲਾਣੇ ਮੁਲਕ 'ਚ ਪੱਤਰਕਾਰ ਦੀ ਆਜ਼ਾਦੀ 'ਤੇ ਹਮਲਾ ਹੋ ਰਿਹਾ, ਧਮਕਾਣੇ 'ਚ ਹੋ ਰਿਹਾ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਔਰਤਾਂ ਨੂੰ ਕੱਢ ਕੇ ਲਿਆਉਂਦੇ। ਸੋ ਤੁਹਾਡੀ ਉਹਨਾਂ ਪੱਤਰਕਾਰ ਔਰਤਾਂ ਪ੍ਰਤੀ ਕੀ ਵਚਨਬੱਧਤਾ? ਇਹ ਸਵਾਲ ਉੱਠਣੇ ਸੁਭਾਵਿਕ ਨੇ। ਸੋ ਇਸ ਦਾ ਮਤਲਬ ਇਹ ਹੋਇਆ ਕਿ ਇਹਨਾਂ ਮੁਲਕਾਂ 'ਚ ਵੀ ਸਭ ਅੱਛਾ ਨਹੀਂ ਹੈ। ਲੀਡਰ ਬਹੁਤ ਕੁਝ ਕਹਿੰਦੇ ਆ, ਪਰ ਪੱਤਰਕਾਰ ਦੀ ਆਜ਼ਾਦੀ ਦਾ ਸਤਿਕਾਰ ਜਿਹੜਾ ਨਾ, ਇਸ ਦੇ ਉੱਤੇ ਪਹਿਰਾ ਦੇਣਾ ਬਹੁਤ ਔਖਾ ਕੰਮ ਹੈ। ਇਹੀ ਗੱਲ ਮੈਂ ਤੁਹਾਡੇ ਕੋਲ ਪੁੱਛਣ ਵਾਲੀ ਸੀ ਕਿ ਆਪਾਂ ਜੇ ਹੁਣ ਚਲੋ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, ਜਿਸ ਥਾਂ ਤੇ ਆਪਾਂ ਬੈਠੇ ਹੈਗੇ ਆ, ਇੱਥੇ ਮੋਸਟਲੀ ਜਿਹੜੇ ਲੋਕ ਹੈ ਇਹ ਮਹਿਸੂਸ ਕਰਦੇ ਆ ਕਿ ਵੀ ਇੱਥੇ ਸ਼ਾਇਦ ਪੱਤਰਕਾਰਾਂ ਦੇ ਉੱਤੇ ਕੋਈ ਉਹੋ ਜਿਹੇ ਪ੍ਰੈਸ਼ਰਸ ਹੈ ਨਹੀਂ ਜਿਹੋ ਜਿਹੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਹੈਗੇ ਆ, ਜਾਂ ਸਾਡਾ ਇੱਥੇ ਬੈਠਿਆਂ ਦਾ ਨੋਰਮਲੀ ਅਸੀਂ ਕੰਪੇਅਰ ਕਰਦੇ ਹਾਂ ਇੰਡੀਆ ਦੇ ਨਾਲ। ਇੰਡੀਆ ਦੇ ਮੀਡੀਆ ਦੀ ਆਪਾਂ ਗੱਲ ਕਰਾਂਗੇ, ਥੋੜ੍ਹੀ ਦੇਰ ਰੁਕ ਕੇ ਗੱਲ ਕਰਦੇ ਹਾਂ, ਪਰ ਜੇ ਇੱਥੇ ਦੇ ਮੀਡੀਆ ਦੀ ਗੱਲ ਕਰੀਏ, ਮੀਡੀਆ ਦੇ ਸਾਹਮਣੇ ਕਿਹੋ ਜਿਹੀਆਂ ਚੁਣੌਤੀਆਂ ਹੈਗੀਆਂ ਇੱਥੇ? ਨਹੀਂ, ਚੁਣੌਤੀਆਂ ਦੇਖੋ ਇੱਥੇ ਵੀ ਨੇ। ਜੇ ਸਪੋਜ਼ BC ਦੀ ਆਪਾਂ ਗੱਲ ਕਰ ਲਈਏ, ਹੁਣ BC ਦੇ ਵਿੱਚ ਜਿਹੜੀ ਇਸ ਟਾਈਮ ਜਿਹੜੀ NDP ਸਰਕਾਰ ਹੈ, ਉਹਨਾਂ ਨੇ ਅਲਬਰਟਾ ਦੀ ਰੀਸੋ ਹੋਰ ਕਿਸੇ ਗੱਲ ਤੇ ਭਾਵੇਂ ਰੀਸ ਕਰਨ ਨਾ ਕਰਨ, ਇਸ ਗੱਲ ਤੇ ਬਹੁਤ ਉਹਨਾਂ ਨੇ ਹੁੱਭ ਕੇ ਰੀਸ ਕੀਤੀ ਹੈ ਜਿਹੜੀ ਉੱਥੋਂ ਦੀ ਸੱਜੇ ਪੱਖੀ ਸਰਕਾਰ ਦੀ, ਕਿ ਜਿਹੜਾ ਫਰੀडम ਆਫ ਐਕਸੈਸ ਦਿੱਤਾ ਹੈ, ਤੁਸੀਂ ਕੋਈ ਇਨਫੋਰਮੇਸ਼ਨ ਲੈ ਸਕਦੇ ਹੋ, ਫੀਸ ਲਾਤੀ। ਹਾਂਜੀ, ਉਸ ਨੂੰ ਲੈ ਕੇ ਰੌਲਾ ਪਿਆ, ਪੈਣਾ ਵੀ ਚਾਹੀਦਾ। ਇਹ ਮਤਲਬ ਲੱਗਦਾ ਕਿ ਸਰਕਾਰ ਪਾਰਦਰਸ਼ਤਾ ਦੇ ਹੱਕ 'ਚ ਹੈ ਨਹੀਂ। ਸਰਕਾਰ ਨਹੀਂ ਚਾਹੁੰਦੀ ਕਿ ਲੋਕ ਸਵਾਲ ਕਰਨ ਜਾਂ ਪੱਤਰਕਾਰ ਬਰਾਦਰੀ ਸਵਾਲ ਕਰੇ। ਸੋ ਇਹ ਵੀ ਚੁਣੌਤੀ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਨਾਲ ਰੁਕਾਵਟ ਡਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਜਦੋਂ ਤੁਸੀਂ ਐਕਸੈਸ ਟੂ ਇਨਫੋਰਮੇਸ਼ਨ ਐਕਟ ਯੂਜ਼ ਵੀ ਕਰਦੇ ਹੋ ਤਾਂ ਵੀ ਤੁਹਾਨੂੰ ਕਾਫੀ ਚਿਰ ਉਡੀਕ ਕਰਨੀ ਪੈਂਦੀ ਹੈ ਆਪਣੀ ਫਾਈਲ ਜਾਂ ਇਨਫੋਰਮੇਸ਼ਨ ਲੈਣ ਵਾਸਤੇ। ਉੱਪਰੋਂ ਤੁਸੀਂ ਜਦੋਂ ਫੀਸ ਲਾਉਂਦੇ ਤਾਂ ਰੁਕਾਵਟ ਤੁਸੀਂ ਵਧਾ ਰਹੇ ਹੋ। ਸੋ ਉਹ ਵੀ ਆਪਣੇ ਆਪ ਦੀ ਚੁਣੌਤੀ ਹੈ। ਫਿਰ ਦੂਸਰੀ ਗੱਲ ਹੈ ਕਿ ਜਿਹੜਾ ਵੱਡਾ ਮੀਡੀਆ, ਉਹਦੇ ਜਿਹੜੇ ਕਾਰਪੋਰੇਟ ਹਿੱਤ ਨੇ ਉਸਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਰੋਕਾਂ ਨੇ, ਜਿਸ ਦੇ ਬਾਰੇ ਉਹ ਖੋਲ ਕੇ ਕੋਈ ਗੱਲ ਨਹੀਂ ਕਰੂਗਾ, ਪਰ ਜ਼ਾਹਰਾ ਤੌਰ ਤੇ ਨਜ਼ਰ ਆ ਰਹੀ ਹੈ ਕਿ ਉਹਨਾਂ ਦੀ ਖਬਰ ਦੇਣ ਦਾ ਦ੍ਰਿਸ਼ਟੀਕੋਣ ਕਿਹੜਾ, ਕਿਹੜੀ ਖਬਰ ਨੂੰ ਉਹਨਾਂ ਨੇ ਮੁੱਖ ਪੰਨੇ ਤੇ ਥਾਂ ਦੇਣੀ ਹੈ, ਕਿਹੜੀ ਖਬਰ ਨੂੰ ਉਹਨਾਂ ਨੇ ਬਿਲਕੁਲ ਹੀ ਖਤਮ ਕਰ ਲੈਣਾ, ਮਤਲਬ ਬਿਲਕੁਲ ਬਾਹਰ ਹੀ ਤੱਕ ਦੇਣਾ ਆਪਣੇ ਪ੍ਰਿੰਟ ਤੋਂ। ਔਰ ਖਬਰ ਦੀ ਪੇਸ਼ਕਾਰੀ ਵਿੱਚ ਕਿਸ ਤਰੀਕੇ ਦਾ ਉਹਨਾਂ ਨੇ ਮਤਲਬ ਕਿਸ ਤਰੀਕੇ ਦੀ ਗੱਲ ਨੂੰ ਪੇਸ਼ ਕਰਨਾ, ਸੰਪਾਦਕੀ ਵਿੱਚ ਜੋ ਲਿਖਦੇ ਨੇ, ਇਹ ਸਾਰੀਆਂ ਗੱਲਾਂ ਦੀ ਛਾਣਬੀਣ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਕੰਟਰੋਲ ਇੱਥੇ ਵੀ ਨੇ, ਮਤਲਬ ਸਭ ਅੱਛਾ ਨਹੀਂ ਹੈ। ਪਰ ਮੈਂ ਇਹ ਗੱਲ ਕਹੂੰਗਾ ਜ਼ਿੰਮੇਵਾਰੀ ਨਾਲ ਨਵਜੋਤ ਜੀ ਕਿ ਇੰਡੀਆ ਦੇ ਹਾਲਾਤ ਦੀ ਤੁਲਨਾ ਕੈਨੇਡਾ ਦੇ ਹਾਲਾਤ ਨਾਲ ਕਰਨੀ ਬਣਦੀ ਹੀ ਨਹੀਂ। ਇਹ ਦੋ ਵੱਖਰੇ ਐਨੀਮਲਸ ਨੇ, ਦੋ ਵੱਖਰੇ ਕਿਸਮ ਦੇ ਫਲ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਨਾਲ ਦੀ ਤੁਲਨਾ ਕਰੋ, ਤੁਲਨਾ ਬਣਦੀ ਨਹੀਂ। ਇੰਡੀਆ ਦੇ ਹਾਲਾਤ ਬਿਲਕੁਲ ਵੱਖਰੇ ਨੇ, ਬਹੁਤ ਜ਼ਿਆਦਾ ਭੈੜੇ ਹਾਲਾਤ ਨੇ। ਕੈਨੇਡਾ ਦੇ ਹਾਲਾਤ ਅਜੇ ਸੰਭਲੇ ਹੋਏ ਨੇ। ਪਰ ਗੁਰਪ੍ਰੀਤ ਜੀ, ਅਫਸੋਸ ਦੇ ਨਾਲ ਇਹ ਗੱਲ ਜ਼ਰੂਰ ਕਹਿਣੀ ਪੈਂਦੀ ਹੈ, ਜੇ ਆਪਾਂ ਆਪਣੇ ਐਥਨਿਕ ਮੀਡੀਆ ਦੀ ਗੱਲ ਕਰੀਏ ਨਾ, ਇੱਥੇ ਬੈਠੇ ਪੰਜਾਬੀ ਮੀਡੀਆ ਦੀ ਜੇ ਅਸੀਂ ਗੱਲ ਕਰਦੇ ਹਾਂ, ਤਾਂ ਉਹ ਜਿਹੜਾ ਕੰਪੈਰੀਜ਼ਨ ਹੈ ਉਹ ਕੁਦਰਤੀ ਤੌਰ ਤੇ ਹੋ ਜਾਂਦਾ। ਇਹ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਜਿਹੋ ਜਿਹੇ ਉੱਥੇ ਹਾਲਾਤ ਹੈਗੇ ਆ, ਉਹ ਅਸੀਂ ਇੱਥੇ ਵੀ ਆਪਣੇ ਆਪ ਹੀ ਮੀਡੀਆ ਪਰਸਨਸ ਨੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਲਈ। ਹੁਣ ਦੋ ਵੱਖ-ਵੱਖ ਚੀਜ਼ਾਂ ਆ। ਦੇਖੋ, ਇੱਕ ਤਾਂ ਇੱਕ ਮੀਡੀਆ ਹਾਊਸ ਆ ਜਿਹਦੇ ਲਈ ਅਸੀਂ ਪੱਤਰਕਾਰਾਂ ਦੇ ਤੌਰ ਤੇ ਆਪਾਂ ਕੰਮ ਕਰਦੇ ਹਾਂ, ਦੂਸਰਾ ਹੈ ਪੱਤਰਕਾਰ। ਹੁਣ ਜਿਹੜੀ ਇਹ ਵੱਡਾ ਕੁਐਸਚਨ ਬਣ ਜਾਂਦਾ ਕਿ ਅਸੀਂ ਜਦੋਂ ਫਰੀडम ਆਫ ਪ੍ਰੈਸ ਦੀ ਗੱਲ ਕਰ ਰਹੇ ਹਾਂ, ਅਸੀਂ ਉਸ ਮੀਡੀਆ ਹਾਊਸ ਦੀ ਫਰੀडम ਦੀ ਗੱਲ ਕਰ ਰਹੇ ਹਾਂ ਜਾਂ ਉਸ ਪੱਤਰਕਾਰ ਦੀ ਗੱਲ ਕਰ ਰਹੇ ਹਾਂ? ਨਵਜੋਤ ਜੀ, ਇੱਕ ਛੋਟੀ ਜਿਹੀ ਮਿਸਾਲ ਦੇਣੀ ਚਾਹੂੰਗਾ ਮੈਂ। ਕੁਝ ਸਾਲ ਪਹਿਲਾਂ ਇੱਥੇ ਐਬਟਫੋਰਡ ਇੱਕ ਬਹੁਤ ਦੁਖਾਂਤ ਵੱਡਾ ਵਾਪਰਿਆ ਕਿ ਇੱਕ ਖੇਤ ਮਜ਼ਦੂਰ ਔਰਤਾਂ ਦੀ ਬੱਸ ਹਾਦਸਾਗ੍ਰਸਤ ਹੋ ਗਈ ਸੀ। 3 ਪੰਜਾਬੀ ਖੇਤ ਮਜ਼ਦੂਰ ਔਰਤਾਂ ਮਰੀਆਂ ਸੀ ਜੀ। ਮੈਂ ਉਹਦਾ ਇੱਕ ਆਰਟੀਕਲ ਲਿਖਿਆ ਸੀ, ਸਵਾਲ ਮੈਂ ਆਪਣੇ ਤੇ ਵੀ ਕੀਤਾ ਸੀ, ਆਪਣੇ ਮੀਡੀਆ ਤੇ ਬਾਕੀਆਂ ਤੇ ਵੀ, ਕਿ ਆਮ ਅਸੀਂ ਵੇਖਦੇ ਹਾਂ ਕਿ ਇੱਥੇ ਰਿਵਾਜ ਬਣਿਆ ਹੋਇਆ ਕਿ ਲਾਈਵ ਔਨ ਲੋਕੇਸ਼ਨ ਹੁੰਦੇ ਆ। ਹਾਂਜੀ। ਔਰ ਉਹਦੇ 'ਚ ਕਹਿੰਦੇ ਮੀਡੀਆ ਜਿਹੜੇ ਵਾਲੇ ਨੇ ਸਾਡੇ, ਜਿਹਨਾਂ ਕਲਗੀਆਂ ਲਾਈਆਂ ਹੋਈਆਂ, ਉਹ ਪਹੁੰਚ ਜਾਂਦੇ ਉੱਥੇ। ਠੀਕ ਹੈ ਜੀ, ਤਾਂ ਥਾਣ ਵੇਚਣ ਵਾਸਤੇ, ਸਮਾਨ ਵੇਚਣ ਵਾਸਤੇ। ਕਿੰਨੇ ਕੁ ਵਾਰੀ ਉਹਨਾਂ ਨੇ ਜਾ ਕੇ ਬਾਹਰ ਉੱਥੇ
ਫੀਲਡ 'ਚ ਪੱਤਰਕਾਰੀ ਕੀਤੀ ਹੈ। ਮਾਫ ਕਰਨਾ, ਜਦੋਂ ਉਹ ਹਾਦਸਾ ਹੋਇਆ ਸੀਗਾ ਮੈਂ ਤਾਂ ਘੱਟੋ ਘੱਟ ਨਹੀਂ ਦੇਖਿਆ ਕਿ ਸਾਡਾ ਪੰਜਾਬੀ ਮੀਡੀਆ ਉੱਥੇ ਹਾਜ਼ਰ ਸੀ ਜਾਂ ਉਹਨਾਂ ਨੇ ਲਾਈਵ ਔਨ ਲੋਕੇਸ਼ਨ ਕੀਤਾ ਹੋਵੇ ਜਾਂ ਲਾਈਵ ਕਵਰੇਜ ਕੀਤੀ ਹੋਵੇ, ਐਡਾ ਬੜਾ ਦੁਖਾਂਤ ਵਾਪਰਿਆ ਹੋਵੇ ਜੀ। ਸਮਾਨ ਵੇਚਣ ਲਈ ਅਸੀਂ ਮਤਲਬ ਪੱਤਰਕਾਰ ਵੀ ਭੇਜ ਦਿੰਦੇ ਹਾਂ ਉੱਥੇ। ਇਹ ਕਿੱਥੋਂ ਦਾ ਪੱਤਰਕਾਰੀ ਦਾ ਦਸਤੂਰ ਹੈ? ਸੋ ਸਾਨੂੰ ਕੁਐਸਚਨ ਆਪਣੇ ਤੇ ਵੀ ਕਰਨੇ ਪੈਣੇ ਆ। ਅਸੀਂ ਇੱਕ ਪਾਸੜ ਹੋ ਕੇ ਪ੍ਰੈਸ ਦੀ ਫਰੀडम ਨਹੀਂ ਮੰਗ ਸਕਦੇ ਕਿਉਂਕਿ ਪਹਿਲੀ ਗੱਲ ਪ੍ਰੈਸ ਫਰੀडम ਤਾਂ ਮੰਗੋ ਜੇ ਪਹਿਲਾਂ ਪ੍ਰੈਸ ਵਾਲੇ ਤੇ ਬਣੋ। ਹੁਣ ਜੇ ਤੁਹਾਡਾ ਇੰਟਰਸਟ ਇਦਾਂ ਦੇ ਬਣ ਗਿਆ, ਅੱਜ ਕੱਲ ਮੈਂ ਤਾਂ ਇਹ ਵੇਖ ਰਿਹਾ ਕਿ ਬਾਰਟਰ ਸਿਸਟਮ ਚੱਲ ਗਿਆ, ਚੱਲ ਪਿਆ ਕਮਿਊਨਿਟੀ 'ਚ। ਤੁਸੀਂ ਕਿਸੇ ਬੈਂਕੁਏਟ ਹਾਲ ਦੀ ਮਤਲਬ ਐਡ ਵੀ ਨਾ ਲਓ, ਮੁਫਤਖੋਰੀ ਦੇ ਵਿੱਚ ਉਹਨਾਂ ਦੀ ਮਤਲਬ ਖਬਰਾਂ ਦੇ ਦਿਓ, ਉਹ ਤੁਹਾਨੂੰ ਮੁਫਤ 'ਚ ਇਵੈਂਟ ਕਰਨ ਲਈ ਥਾਂ ਦੇ ਦਿੰਦੇ। ਉਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਬਣ ਜਾਂਦੀ ਹੈ। ਉਹਦੇ ਨਾਲ ਬਿਜ਼ਨਸ ਦਾ ਵੀ ਨੁਕਸਾਨ ਹੋ ਰਿਹਾ, ਪੈਸਾ ਵੀ ਨਹੀਂ ਘੁੰਮ ਰਿਹਾ, ਤੇ ਫਾਇਦਾ ਕਿਹਨੂੰ ਹੋ ਰਿਹਾ? ਔਰ ਰਿਵਾਇਤਾਂ ਗਲਤ ਪੈ ਰਹੀਆਂ। ਉਹਦੇ ਨਾਲ ਕੀ ਖੁਸ਼ਾਮਤਾਂ ਵਾਲਾ ਦੌਰ ਚੱਲ ਪਿਆ ਕਿ ਉਹਦੇ ਖਿਲਾਫ ਖਬਰ ਨਹੀਂ ਲਾਉਣੀ, ਉਹਦੇ ਹੱਕ 'ਚ ਖਬਰ ਲਾ ਦਿਓ। ਮਤਲਬ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ, ਜਿਹੜੀ ਕਬਾਇਲੀ ਸੋਚ ਜਿਹੜੀ ਉੱਥੇ ਤਾਂ ਹੈ ਹੀ ਸੀ। ਜਿਵੇਂ ਉੱਥੇ ਪੰਜਾਬ ਕੇਸਰੀ ਦਾ ਮਸਲਾ ਨਾਂ ਲੈ ਕੇ ਆਊਂਗਾ, ਉਹਦੇ ਬਾਰੇ ਮਸ਼ਹੂਰ ਸੀ ਕਿ ਛੋਟਾ ਜਿਹਾ ਵੀ ਕਸਬਾ ਹੋਊਗਾ, 10-12 ਪੱਤਰਕਾਰ ਉਹਨਾਂ ਦੇ ਹੋਣਗੇ। ਉਹਨਾਂ ਨੂੰ ਕਮਾਈ ਅਖਬਾਰਾਂ ਤਾਂ ਨਹੀਂ ਹੁੰਦੀ, ਪਰ ਉੱਪਰੀ ਕਮਾਈ ਬਹੁਤ ਹੋ ਜਾਂਦੀ ਹੈ ਕਿਉਂਕਿ ਆਈਡੀ ਕਾਰਡ ਮਿਲੇ ਹੋਏ ਪੰਜਾਬ ਕੇਸਰੀ ਦੇ। ਬਿਲਕੁਲ। ਜਿਹੜੀ ਤੁਸੀਂ ਆਈਡੀ ਕਾਰਡ ਦੀ ਗੱਲ ਕੀਤੀ ਆ, ਮੈਂ ਈਵਨ ਹੁਣ ਵੀ ਇੰਡੀਆ ਜਾ ਕੇ ਆਈ ਹਾਂ। ਜੇ ਆਪਾਂ ਇੰਡੀਆ ਵਾਲੇ ਪਾਸੇ ਥੋੜਾ ਜਿਹਾ ਦੇਖੀਏ ਕਿ ਉੱਥੇ ਸਿਚੁਏਸ਼ਨ ਕਿਹੋ ਜਿਹੀ ਆ, ਇਹ ਉਦੋਂ ਵੀ 17-18 ਸਾਲ ਪਹਿਲਾਂ ਵੀ ਹੁੰਦਾ ਸੀ ਕਿ ਉਹ ਪ੍ਰੈਸ ਦਾ ਕਾਰਡ ਬਣਵਾ ਲੈਣਾ ਜਾਂ ਸਕੂਟਰ ਦੇ ਉੱਤੇ ਜਾਂ ਕਾਰ ਦੇ ਉੱਤੇ ਪ੍ਰੈਸ ਲਿਖਾ ਲੈਣਾ, ਕਿ ਉਹ ਵੀ ਇੱਕ ਧੌਂਸ ਹੁੰਦੀ ਸੀ, ਪੱਤਰਕਾਰੀ ਦੀ ਵੀ ਉਹ ਧੌਂਸ ਹੁੰਦੀ ਸੀ। ਉਹ ਹਾਲੇ ਤੱਕ ਬਰਕਰਾਰ ਹੈਗੀ ਆ। ਖੈਰ, ਜਿੱਥੇ ਆਪਾਂ ਮੀਡੀਆ ਦੇ ਐਂਗਲ ਤੋਂ ਅੱਜ ਆਪਾਂ ਮੀਡੀਆ ਪਰਸਨਸ ਦੇ ਤੌਰ 'ਤੇ ਆਪਸ 'ਚ ਇਹ ਗੱਲਬਾਤ ਕਰ ਰਹੇ ਹਾਂ ਤੇ ਮੀਡੀਆ ਦੀ ਫਰੀडम ਦੀ ਗੱਲ ਕਰ ਰਹੇ ਹਾਂ, ਉੱਥੇ ਇੰਡੀਆ ਦੇ ਵਿੱਚ ਜੋ ਤਸਵੀਰ ਆਪਣੇ ਸਾਹਮਣੇ ਆ ਰਹੀ ਆ, ਉਹ ਇਸ ਤਰ੍ਹਾਂ ਲੱਗਦਾ ਕਿ ਮੀਡੀਆ ਨੇ ਆਪਣੀ ਆਜ਼ਾਦੀ ਆਪ ਗਵਾਈ ਆ, ਸਰੈਂਡਰ ਕਰ ਦਿੱਤਾ, ਹੱਥ ਖੜੇ ਕਰ ਦਿੱਤੇ ਆ, ਤੇ ਇਹ ਗੱਲ ਜੱਗ ਜ਼ਾਹਰ ਹੈਗੀ ਆ। ਪਰ ਉੱਥੇ ਕੀ ਫਿਊਚਰ ਦਿਸ ਰਿਹਾ ਵੀ ਕੀ ਅਸੀਂ ਜਿੱਥੇ ਮੀਡੀਆ ਦੀ ਫਰੀडम ਦੀ ਗੱਲ ਕਰੀ ਜਾਂਦੇ ਆ, ਹੁਣ ਇਹਦੀ ਆਜ਼ਾਦੀ ਲਈ ਲੜਨਾ ਪਊਗਾ? ਦੇਖੋ ਨਵਜੋਤ ਜੀ, ਗੱਲ ਬੜੇ ਅਫਸੋਸ ਦੀ ਹੈ ਕਿ ਸਾਡੇ ਜਿਹੜਾ ਮੀਡੀਆ ਦਾ ਇਤਿਹਾਸ ਹੈ ਹਿੰਦੁਸਤਾਨ ਦਾ, ਬੜਾ ਗੌਰਵਮਈ ਇਤਿਹਾਸ ਰਿਹਾ। ਜੇ ਅਸੀਂ ਇੱਥੋਂ ਸ਼ੁਰੂ ਕਰ ਲਈਏ ਕੈਨੇਡਾ ਤੋਂ, ਸਵਦੇਸ਼ ਸੇਵਕ ਅਖਬਾਰ ਪੰਜਾਬੀ ਦਾ ਪਹਿਲਾ ਅਖਬਾਰ ਸੀ ਜਿਹੜਾ ਵਿਦੇਸ਼ਾਂ 'ਚ ਪ੍ਰਕਾਸ਼ਿਤ ਹੋਇਆ, ਕੈਨੇਡਾ ਦੀ ਧਰਤੀ ਸ਼ੁਰੂ ਹੋਇਆ ਸੀ। ਉਹ ਵੀ ਲੋਕ ਸੀ ਜਿਹਨਾਂ ਨੇ ਸਵਦੇਸ਼ ਸੇਵਕ ਅਖਬਾਰ ਕੱਢਿਆ। ਉਹਨਾਂ ਨੇ ਮਤਲਬ ਕੋਈ ਪੈਸੇ ਧੇਲੇ ਦੀ ਪਰਵਾਹ ਨਹੀਂ ਕੀਤੀ। ਜਿਹੜੇ ਹਰਨਾਮ ਸਿੰਘ ਕਾਰੀ ਫਾਂਸੀ ਲੱਗ ਗਏ, ਸ਼ਹੀਦ ਹੋ ਗਏ, ਸਾਡੇ ਕੋਲ ਉਹ ਮਿਸਾਲਾਂ ਵੀ ਨੇ। ਤੇ ਅੱਜ ਉਸੇ ਧਰਤੀ ਤੇ ਇਹੋ ਜਿਹੇ ਅਖਬਾਰ ਵੀ ਨਿਕਲਦੇ ਜਿਹੜੇ ਕਿ ਸਿੱਧੇ ਤੌਰ ਤੇ ਪੀਲੀ ਪੱਤਰਕਾਰੀ ਕਰ ਰਹੇ, ਸਰਕਾਰੀ ਦਰਬਾਰੇ ਆਪਣੀ ਬਣਾਈ ਹੋਈ ਹੈ, ਕੋਈ ਮੋਦੀ ਦੀ ਖੁਸ਼ਾਮਦ ਕਰ ਰਿਹਾ, ਕੌਂਸਲਰ ਦੀ ਚਾਪਲੂਸੀ ਕਰ ਰਿਹਾ, ਇਹੋ ਜਿਹੇ ਕੰਮ ਤੇ ਚੱਲ ਰਹੇ। ਸੋ ਕਹਿਣ ਦਾ ਮਤਲਬ ਕਿ ਇੱਕ ਪਾਸੇ ਸਾਡੇ ਕੋਲ ਮਿਸਾਲ ਹੈ ਜਿੱਥੇ ਸਾਡੇ ਗਦਰੀ ਬਾਬੇ ਨੇ ਅਖਬਾਰਾਂ ਚਲਾ ਕੇ ਤਾਂ ਲੋਕਾਂ ਨੂੰ ਹੋਕਾ ਦਿੱਤਾ ਔਰ ਖੁਦ ਜਾਨਾਂ ਵੀ ਵਾਰੀਆਂ, ਕੁਰਬਾਨੀ ਵੀ ਦਿੱਤੀ ਉਹਨਾਂ ਨੇ। ਤੇ ਅੱਜ ਹਾਲਾਤ ਇਹ ਹੋਏ ਕਿ ਤੁਸੀਂ ਮਤਲਬ ਅਖਬਾਰਾਂ 'ਚ ਮੁਨਾਫਾ ਕਮਾਉਣ ਤੇ ਲੱਗੇ ਹੋਏ ਆ। ਫਿਰ ਗੱਲ ਤਾਂ ਇਹ ਹੈ ਕਿ ਹੁਣ ਜਿਹੜੇ ਖੁਦ ਗੁਲਾਮ ਹੋ ਰਹੇ ਆ, ਉਹਨਾਂ ਦੀ ਆਜ਼ਾਦੀ ਦੀ ਗੱਲ ਕੌਣ ਕਰੇ? ਗੱਲ ਤਾਂ ਨਵਜੋਤ ਜੀ ਦੇਖੋ, ਇਸ ਟਾਈਮ ਜਿਹੜੇ ਹਾਲਾਤ ਨੇ, ਦੇਖੋ ਇੱਕ ਦੌਰ ਸੀ ਐਮਰਜੈਂਸੀ ਦਾ। ਐਮਰਜੈਂਸੀ ਵੇਲੇ ਅਖਬਾਰਾਂ ਤੇ ਸੈਂਸਰਸ਼ਿਪ ਲੱਗੀ, ਕਦੀ ਉਹਨਾਂ ਤੇ ਨਹੀਂ ਲੱਗੀ, ਬੋਲਣ ਦੀ ਆਜ਼ਾਦੀ ਤੇ ਵੀ ਰੋਕ ਸੀਗੀ। ਸਾਨੂੰ ਇਹ ਪਹਿਲਾਂ ਇਹ ਸਮਝਣਾ ਪੈਣਾ ਕਿ ਜਿਹੜਾ ਬੋਲਣ ਦੀ ਆਜ਼ਾਦੀ ਦਾ ਵੱਡਾ ਸਵਾਲ ਹੈ, ਪੱਤਰਕਾਰੀ ਦੀ ਆਜ਼ਾਦੀ ਉਸ ਦੇ ਵਿੱਚ ਸ਼ਾਮਲ ਹੈ, ਉਸ ਤੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਆਪਾਂ। ਇਹ ਵੀ ਮੈਨੂੰ ਕਹਿਣਾ ਪੈਣਾ ਸੋਚਦਾ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਮੁਆਸ਼ਰੇ ਵਿੱਚ ਬੋਲਣ ਦੀ ਆਜ਼ਾਦੀ ਦੇ ਛਾਪੇ ਪੈ ਰਹੇ ਲਗਾਤਾਰ, ਕਿਸੇ ਨਾਟਕਕਾਰ ਦੇ ਉੱਤੇ ਰੋਕ ਲੱਗ ਗਈ, ਕਿਸੇ ਫਿਲਮ ਸਾਜ਼ 'ਤੇ ਰੋਕ ਲੱਗ ਗਈ, ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਅਪਾਹਜ ਜਿਹੜਾ ਦਿੱਲੀ ਯੂਨੀਵਰਸਿਟੀ ਦਾ GN ਸਾਹਿਬ ਬਾਬਾ, ਉਹ ਜੇਲ੍ਹ 'ਚ ਬੈਠਾ, ਕੋਈ ਕਾਲਮ ਲਿਖਣ ਵਾਲਾ ਉਹ ਜੇਲ੍ਹ 'ਚ ਬੈਠਾ ਹੋਵੇ, ਬਾਕੀ ਮੀਡੀਆ ਇਸ ਕਰਕੇ ਚੁੱਪ ਬੈਠਾ ਰਹੇ ਕਿ ਕਿਉਂਕਿ ਉਹ ਮੀਡੀਆ ਵਾਲੇ ਹੈ ਨਹੀਂ। ਤੇ ਇਹ ਤਾਂ ਗੱਲ ਵੈਸੇ ਨਹੀਂ ਬਣਦੀ। ਜੇ ਬੋਲਣ ਦੀ ਆਜ਼ਾਦੀ ਨਹੀਂ ਰਹੂਗੀ ਤੇ ਪ੍ਰੈਸ ਨੂੰ ਆਜ਼ਾਦੀ ਕਿੱਥੇ ਮਿਲਣੀ ਹੈ? ਬਿਲਕੁਲ, ਪਹਿਲਾ ਮਸਲਾ ਤਾਂ ਉਹੀ ਹੈ ਨਾ, ਬੋਲਣ ਦੀ ਆਜ਼ਾਦੀ ਦਾ। ਉੱਥੋਂ ਗੱਲ ਸ਼ੁਰੂ ਹੁੰਦੀ ਹੈ। ਸੋ ਜੇ ਅਸੀਂ ਉਸ ਬਿੰਦੂ ਨੂੰ ਨਹੀਂ ਫੜਿਆ ਤੇ ਫਿਰ ਅਸੀਂ ਇਸ ਗੱਲ ਦੀ ਆਸ ਵੀ ਕਿਵੇਂ ਕਰੀਏ? ਫਿਰ ਦੂਜੀ ਗੱਲ ਹੈ ਕਿ ਗੌਰੀ ਲੰਕੇਸ਼ ਦਾ ਕਤਲ ਹੁੰਦਾ, ਉੱਥੋਂ ਦੀ ਪੱਤਰਕਾਰ ਬਰਨਬੀ ਦੀ ਮਿਊਨਿਸਪੈਲਿਟੀ ਇੱਥੇ ਖੁੱਲੇ ਡੁੱਲੇ ਮਾਹੌਲ 'ਚ ਰਹਿ ਰਹੇ ਹਾਂ। ਬਰਨਬੀ ਦੀ ਮਿਊਨਿਸਪੈਲਿਟੀ ਉਹਦੇ ਨਾਂ ਤੇ ਦਿਨ ਮੁਕਰਰ ਕਰ ਰਹੀ ਗੌਰੀ ਲੰਕੇਸ਼ ਡੇ। ਤੁਸੀਂ ਵੀ ਗਵਾਹ, ਮੈਂ ਵੀ ਗਵਾਹ, ਕਿੰਨੇ ਕੁ ਦੇਸੀ ਮੀਡੀਆ ਨੇ ਉਸ ਦੇ ਉੱਤੇ ਕੋਈ ਖਬਰ ਵੀ ਦਿੱਤੀ ਹੋਵੇ? ਉੱਦਾਂ ਨਿੱਕੀ ਮੋਟੀ ਖਬਰ ਇੰਟਰਨੈਟ ਤੋਂ ਵੇਖ ਲੈਣਗੇ, ਸਵੇਰੇ ਉੱਠ ਕੇ ਵਾਰਾਗਰਦੀ ਕਰਨਗੇ, ਕੋਈ ਖਬਰ ਕੱਢ ਲੈਣਗੇ ਨਿੱਕੀ ਜੀ, ਉੱਤੇ ਟਾਕ ਸ਼ੋਅ ਲਾ ਦੇਣਗੇ। ਤੇ ਕੀ ਆਪਾਂ ਫਿਰ ਤੋਂ ਸਮਝੀਏ? ਇਹੀ ਸਮਝੀਏ ਕਿ ਆਪਣੀ ਜ਼ਮੀਨਾਂ ਮਰੀਆਂ ਹੋਈਆਂ ਤੁਹਾਡੀਆਂ। ਔਰ ਆਜ਼ਾਦੀ ਦੀ ਗੱਲ ਤਾਂ ਉਹਨਾਂ ਨੂੰ ਕਰਨ ਦਾ ਹੱਕ ਨਾ ਜਿਹੜੇ ਉਸ ਜਜ਼ਬੇ ਨੂੰ ਸਮਝਦੇ ਹੋਣ, ਜਿਹੜੇ ਇਹ ਵੀ ਸਮਝਣ ਕਿ ਹਾਂ ਵੀ ਅੱਜ ਲੋਕਾਂ ਦੇ ਹੱਕਾਂ ਦੇ ਛਾਪੇ ਪੈ ਰਹੇ, ਸਾਨੂੰ ਖੜਨਾ ਚਾਹੀਦਾ, ਲੋਕਾਂ ਦੇ ਹੱਕ 'ਚ ਪੱਤਰਕਾਰੀ ਕਰਨੀ ਚਾਹੀਦੀ। ਜਦੋਂ ਤੱਕ ਅਸੀਂ ਇਹ ਜਜ਼ਬਾ ਨਹੀਂ ਪੈਦਾ ਕਰਾਂਗੇ, ਅਸੀਂ ਇਸ ਗੱਲ ਦੀ ਆਸ ਹੀ ਕਿਵੇਂ ਕਰ ਸਕਦੇ ਹਾਂ ਕਿ ਅਸੀਂ ਮਤਲਬ ਪੱਤਰਕਾਰੀ ਫਰਜ਼ ਅਦਾ ਕਰ ਰਹੇ ਹਾਂ। ਜਿਹੜੀ ਅੱਜ ਕੱਲ੍ਹ ਇਹ ਟਰਮ ਚੱਲਦੀ ਹੈ ਉੱਥੇ ਗੋਦੀ ਮੀਡੀਆ ਦੀ ਟਰਮ ਚੱਲ ਰਹੀ ਆ। ਮੈਂ ਲੇਟਲੀ ਇਹ ਓਬਜ਼ਰਵ ਕੀਤਾ ਰੀਸੈਂਟਲੀ, ਪਿਛਲੇ ਤਕਰੀਬਨ 1.5-2 ਸਾਲ ਤੋਂ ਆ, ਸਪੈਸ਼ਲੀ ਕਿਸਾਨ ਅੰਦੋਲਨ ਦੇ ਦੌਰਾਨ, ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਇੰਟਰਸਟ ਹੋ ਗਿਆ ਸੀ, ਪੰਜਾਬ ਦੀਆਂ ਐਕਟੀਵਿਟੀਜ਼ ਦਾ, ਪੰਜਾਬ 'ਚ ਜੋ ਹੋ ਰਿਹਾ ਉਹਦੇ 'ਚ ਇੰਟਰਸਟ ਹੋ ਗਿਆ ਸੀ।
ਉਹਦਾ ਜਿਹੜਾ ਪਰਛਾਵਾਂ ਇੱਥੇ ਵੀ ਪੈਣਾ ਸ਼ੁਰੂ ਹੋ ਗਿਆ, ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹੋ ਉੱਥੇ ਡਾਇਰੈਕਟ ਹੋ ਸਕਦਾ, ਇੱਥੇ ਇਨਡਾਇਰੈਕਟਲੀ ਇਹ ਗੱਲ ਮਹਿਸੂਸ ਕੀਤੀ ਜਾ ਰਹੀ। ਕਿ ਤੁਹਾਡੀ ਆਬਜ਼ਰਵੇਸ਼ਨ ਵੀ ਹੈ ਇਸ ਤਰ੍ਹਾਂ ਦੀ ਕੁਝ? ਦੇਖੋ, ਗੋਦੀ ਮੀਡੀਆ ਦਾ ਰੁਝਾਨ ਤਾਂ ਬੜੀ ਚਿਰ ਤੋਂ ਚੱਲ ਰਿਹਾ। ਅਸਲ 'ਚ ਗੋਦੀ ਮੀਡੀਆ ਦਾ ਰੁਝਾਨ ਮੋਦੀ ਦੇ ਆਉਣ ਤੋਂ ਬਾਅਦ ਇੱਕਦਮ ਵਧਿਆ। ਮੈਂ ਇਹ ਨਹੀਂ ਕਹਿ ਰਿਹਾ ਕਿ ਪਹਿਲਾਂ ਗੋਦੀ ਮੀਡੀਆ ਹੈ ਨਹੀਂ ਸੀਗਾ, ਵਿਕਾਊ ਮੀਡੀਆ ਪਹਿਲਾਂ ਵੀ ਸੀ। ਲੈਟਸ ਫੇਸ ਇਟ, ਵਿਕਾਊ ਮੀਡੀਆ ਉਦੋਂ ਵੀ ਸੀਗਾ ਇੰਦਰਾ ਗਾਂਧੀ ਵੇਲੇ ਜਦੋਂ ਐਮਰਜੈਂਸੀ ਲੱਗੀ ਹੈ। ਕੁਝ ਲੋਕਾਂ ਨੇ ਬੇਸ਼ਰਮ ਹੋ ਕੇ ਐਮਰਜੈਂਸੀ ਨੂੰ ਸਪੋਰਟ ਕੀਤਾ। ਇਹੋ ਜਿਹੇ ਪੱਤਰਕਾਰ ਵੀ ਨੇ ਸਾਡੇ ਕੋਲ, ਔਰ ਕਈਆਂ ਨੇ ਉਹਦਾ ਵਿਰੋਧ ਕੀਤਾ। ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੇ ਭੁਗਤੀਆਂ ਵੀ ਨੇ। ਔਰ ਬਾਅਦ 'ਚ ਆਉਂਦੇ ਆਉਂਦੇ ਅੱਜ ਇੱਕ ਸਾਡੇ ਕੋਲ ਇਹੋ ਜਿਹੀ ਸੱਜੇ ਪੱਖੀ ਸਰਕਾਰ ਹੈ ਜਿਹੜੀ ਕਿ ਓਪਨਲੀ ਚੱਲ ਰਹੀ ਹੈ ਇਸ ਗੱਲ ਦੇ ਉੱਤੇ। ਉਸਨੇ ਜ਼ੋਰ ਲਾਇਆ ਹੋਇਆ ਕਿ ਐਮਬੈਡਡ ਮੀਡੀਆ ਦਾ ਟ੍ਰੈਂਡ ਜਿਹੜਾ ਉਸਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰੀਏ, ਜਿਹਦੇ ਚੱਲਦੇ ਹੁਣ ਗੋਦੀ ਮੀਡੀਆ ਦਾ ਇੱਕ ਆਮ ਜਿਹੜਾ ਸ਼ਬਦ ਵਰਤਿਆ ਜਾ ਰਿਹਾ। ਹਾਂਜੀ, ਤੇ ਉਹ ਬੇਸ਼ੱਕ ਵਰਤੀ ਚਲੋ, ਪਰ ਗੋਦੀ ਮੀਡੀਆ ਦਾ ਰੁਝਾਨ ਤਾਂ ਪਹਿਲਾਂ ਵੀ ਚੱਲ ਸੀਗਾ। ਹੁਣ ਇਹ ਕਿ ਮੋਦੀ ਸਾਹਿਬ ਦੇ ਆਉਣਾ ਥੋੜਾ ਜ਼ਿਆਦਾ ਪ੍ਰਚੰਡ ਹੋ ਗਿਆ, ਤੇ ਉੱਥੇ ਹਾਲਾਤ ਇਹ ਬਣ ਗਏ ਕਿ ਜਿਹੜਾ ਕਾਰਪੋਰੇਟ ਘਰਾਣੇ ਦਾ ਕੰਟਰੋਲ ਹੈ ਮੀਡੀਆ ਦੇ ਉੱਤੇ, ਕਾਰਪੋਰੇਟ ਘਰਾਣੇ ਨੇ ਆਪਣੇ ਹਿੱਤ ਸਰਕਾਰ ਨਾਲ ਬੱਝੇ ਹੋਏ ਆ। ਉਹ ਚਾਹੁੰਦੇ ਕਿ ਮੀਡੀਆ ਵੀ ਸਾਡੀ ਗੱਲਾਂ ਨੂੰ ਰਿਫਲੈਕਟ ਕਰੇ। ਸੋ ਉੱਥੇ ਸਾਰਾ ਕੁਝ ਆਪਸ ਵਿੱਚ ਰਲ ਕੇ ਹੋ ਰਿਹਾ ਕੰਮ। ਉੱਥੇ ਦੀ ਗੱਲ ਹੋ ਗਈ। ਮੈਂ ਇਹ ਕਹਿ ਰਹੀ ਸੀ ਕਿ ਵੀ ਇੱਥੇ ਵੀ ਉਹਦਾ ਜਿਹੜਾ ਪ੍ਰਭਾਵ ਆ ਮਹਿਸੂਸ ਕੀਤਾ ਜਾ ਰਿਹਾ। ਪਰ ਮੈਂ ਨਵਜੋਤ ਜੀ ਮਹਿਸੂਸ ਕਰਦਾ ਕਿ ਕਿਸਾਨੀ ਅੰਦੋਲਨ ਤੋਂ ਪਹਿਲਾਂ ਵੀ ਮੈਂ ਇਸ ਚੀਜ਼ ਦਾ ਪ੍ਰਭਾਵ ਉੱਥੇ ਵੇਖ ਰਿਹਾ। ਪਰ ਵਧਿਆ ਹੈ ਇਹ ਬਿਲਕੁਲ ਵਧਿਆ। ਪਹਿਲਾਂ ਵੇਖੋ, ਜਦੋਂ ਅਜੇ ਮੋਦੀ ਨਹੀਂ ਸੀ ਆਇਆ ਸੀਨ ਤੇ ਪਹਿਲਾਂ ਵੀ ਸਾਡੇ ਇੱਥੋਂ ਦੇ ਕਈ ਪੱਤਰਕਾਰਾਂ ਨੂੰ ਮੁਸ਼ਕਲਾਂ ਆਈਆਂ, ਜਿਨ੍ਹਾਂ ਨੇ ਹਿੰਦੁਸਤਾਨ ਸਰਕਾਰ ਦੇ ਕੋਈ ਕਿੰਤੂ ਪਰੰਤੂ ਕੀਤਾ, ਕਿਸ ਨੂੰ ਹਵਾਈ ਅੱਡੇ ਤੋਂ ਮੋੜਦਾ, ਕਿਸ ਨੂੰ ਵੀਜ਼ਾ ਨਹੀਂ ਮਿਲਿਆ, ਪਹਿਲਾਂ ਵੀ ਚੱਲਦਾ ਸੀਗਾ। ਸੋ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਦੌਰ ਚੱਲਿਆ ਕਿ ਮੀਡੀਆ ਵਿੱਚ ਉਹ ਆਵਾਜ਼ਾਂ ਬਹੁਤ ਤੇਜ਼ ਹੋ ਗਈਆਂ ਜਿਹੜੀਆਂ ਸਿੱਧੇ ਤੌਰ ਤੇ ਸਰਕਾਰ ਦੇ ਹੱਕ 'ਚ ਬੋਲ ਰਹੀਆਂ। ਇੱਥੋਂ ਤੱਕ ਕਿ ਜਿਹੜੇ ਲੋਕ ਇੱਥੇ ਪ੍ਰੋਟੈਸਟ ਕਰਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ, ਉਹਨਾਂ ਦੇ ਖਿਲਾਫ ਬੋਲਦੇ ਆ। ਠੀਕ ਹੈ ਨਾ? ਜਿਵੇਂ ਮੈਂ ਤੁਹਾਨੂੰ ਗੌਰੀ ਲੰਕੇਸ਼ ਦੀ ਮਿਸਾਲ ਦਿੱਤੀ ਹੈ, ਇਹ ਮਿਸਾਲ ਆਪਣੇ ਆਪ 'ਤੇ ਕਾਫੀ ਹੈ। ਇੱਕ ਪੱਤਰਕਾਰ ਦਾ ਕਤਲ ਹੋਇਆ ਹੋਵੇ ਔਰ ਉਸ ਦੀ ਕਤਲ ਨੂੰ ਜਸਟੀਫਾਈ ਕਰਨ ਵਾਲੇ ਲੋਕ ਨਰਿੰਦਰ ਮੋਦੀ ਨੂੰ ਟਵਿੱਟਰ ਤੇ ਫੋਲੋ ਕਰਦੇ ਹੋਣ, ਜਾਂ ਮੋਦੀ ਉਹਨਾਂ ਨੂੰ ਫੋਲੋ ਕਰਦਾ ਹੋਵੇ, ਉਹੋ ਜਿਹੇ ਲੋਕ ਜਿਹੜੇ ਉਸਦੇ ਮਰਨ ਤੇ ਬਾਗੀਆਂ ਪਾ ਰਹੇ ਸੀਗੇ, ਉਹ ਜਿਹੜੇ ਲੋਕ ਨੇ, ਉਹਨਾਂ ਦੇ ਕਰਕੇ ਤੁਸੀਂ ਵੇਖ ਲਓ ਕਿਸ ਤਰ੍ਹਾਂ ਦਾ ਮਾਹੌਲ ਸੀ। ਤੇ ਜਦੋਂ ਅਸੀਂ ਇੱਥੇ ਗੌਰੀ ਲੰਕੇਸ਼ ਦੇ ਹੱਕ 'ਚ ਇੱਥੇ ਪ੍ਰੋਕਲੇਮੇਸ਼ਨ ਜਾਰੀ ਹੁੰਦਾ, ਗੌਰੀ ਲੰਕੇਸ਼ ਦੇ ਕਤਲ ਦੇ ਦਿਨ ਨੂੰ ਗੌਰੀ ਲੰਕੇਸ਼ ਡੇ ਮੁਕਰਰ ਕੀਤਾ ਗਿਆ ਬਰਨਬੀ ਵੱਲੋਂ, ਤੇ ਦੇਸੀ ਮੀਡੀਆ ਚੁੱਪ ਕਰਕੇ ਬੈਠਾ ਰਿਹਾ, ਕਿਸ ਨੇ ਖਬਰ ਤੱਕ ਨਹੀਂ ਦਿੱਤੀ, ਧੂਆਂ ਤੱਕ ਨਹੀਂ ਕੱਢਿਆ, ਭਾਫ ਨਹੀਂ ਕੱਢੀ। ਇਹ ਤੋਂ ਆਪਾਂ ਕੀ ਮਤਲਬ ਲਈ ਇਸ ਗੱਲ ਦਾ? ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿਹੜੇ ਮੋਦੀ ਦੇ ਗੁਮਾਸ਼ਤੇ ਨੇ ਇੱਥੇ ਇੰਨੇ ਜ਼ਿਆਦਾ ਉਹਨਾਂ ਦਾ ਬੋਲਬਾਲਾ ਵੱਧ ਗਿਆ ਕਿ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ। ਕਿ ਤੁਸੀਂ ਵੇਖੋ ਕਿ ਇੱਥੇ ਮੁਜ਼ਾਹਰੇ ਹੁੰਦੇ, ਉਹਨਾਂ ਦੀ ਕਵਰੇਜ ਨਹੀਂ ਹੁੰਦੀ। ਰਾਣਾ ਅਯੂਬ ਇੱਥੇ ਆਈ ਸੀਗੀ 2017 ਵਿੱਚ, ਸਿਰ ਕੜਵੀ ਪੱਤਰਕਾਰ। ਅੱਜ ਮੈਨੂੰ ਗੱਲ ਕਹਿਣੀ ਪੈਣੀ ਹੈ ਕਿ ਸਾਨੂੰ ਮਾਣ ਇਸ ਗੱਲ ਦਾ ਕਿ ਅਸੀਂ ਸੱਦਿਆ ਸੀ ਉੱਥੇ, ਸਾਨੂੰ ਬਹੁਤ ਮਾਣ ਉਸ ਤੇ। ਔਰ 2-3 ਗੱਲਾਂ ਜੁੜ ਗਈਆਂ ਇਕੱਠੀਆਂ। ਦੇਖੋ, 1 ਮਈ ਨੂੰ ਉਹਦਾ ਜਨਮ ਦਿਨ ਹੁੰਦਾ ਉਸ ਬਹਾਦਰ ਪੱਤਰਕਾਰ ਦਾ, ਔਰ ਮੁਸਲਿਮ ਭਾਈਚਾਰੇ ਦੀ ਹੋਣ ਕਰਕੇ ਉਸ ਤੋਂ ਦੋਹਰੀ ਚੁਣੌਤੀ ਹੈ ਕਿ ਘੱਟ ਗਿਣਤੀ ਹੋਣ ਕਰਕੇ ਤੇ ਔਰਤ ਹੋਣ ਕਰਕੇ। ਦੂਜੀ ਗੱਲ, 2 ਤਰੀਕ ਨੂੰ ਈਦ ਵੀ ਸੀਗੀ ਤੇ 3 ਨੂੰ ਵਰਲਡ ਪ੍ਰੈਸ ਫਰੀडम ਡੇ ਹੈ। ਇਸ ਮੁਕੱਦਸ ਮੌਕੇ ਤੇ ਕੁਦਰਤ ਸਾਨੂੰ ਦੱਸ ਰਹੀ ਹੈ ਕਿ ਇਸ ਔਰਤ ਨੂੰ ਜੀਣ ਦਾ ਹੱਕ ਹੈ, ਉਸ ਨੂੰ ਸਿਰ ਉੱਚਾ ਜਾ ਕੇ ਕੰਮ ਕਰਨ ਦਿਓ। ਉਹ ਜਦੋਂ ਇੱਥੇ ਆਉਂਦੀ 2017 ਦੇ ਵਿੱਚ, ਅਸੀਂ ਖਾਲਸਾ ਦਿਵਸ ਸਾਡੇ ਨੂੰ ਅਪੀਲ ਕੀਤੀ ਕਿ ਵੀ ਇਹਨਾਂ ਨੂੰ ਉੱਥੇ ਆ ਕੇ 2 ਸ਼ਬਦ ਕਹਿਣ ਦਿਓ, ਕਿਉਂਕਿ ਇਹ ਬਹਾਦਰ ਪੱਤਰਕਾਰ ਹੈ, ਸੈਕੂਲਰ ਸੋਚ ਨੂੰ ਪਰਨਾਈ ਹੋਈ ਹੈ। ਆਹ ਗੁਰਦੁਆਰਾ ਜਾਂ ਇਹ ਜਿਹੜੀ ਖਾਲਸਾ ਦਿਵਸ ਸੋਸਾਇਟੀ ਗਦਰੀਆਂ ਨੇ ਖੜੀ ਕੀਤੀ ਸੀ, ਕਿਉਂਕਿ ਇਹ ਸੈਕੂਲਰ ਸੋਚ ਨੂੰ ਪਰਨਾਈ ਹੋਈ ਇੱਕ ਸੰਸਥਾ ਹੈ। ਉਹਨਾਂ ਨੇ ਸਾਨੂੰ ਪੂਰਾ ਜਵਾਬ ਦਿੱਤਾ, ਅਖੇ ਜੀ ਇਸ ਦਾ ਸ਼ੱਕੀ ਪਿਛੋਕੜ ਹੈ ਜਾਂ ਕੰਟਰੋਵਰਸ਼ੀਅਲ ਪਿਛੋਕੜ। ਹੁਣ ਕੰਟਰੋਵਰਸ਼ੀਅਲ ਪਿਛੋਕੜ ਕਾਹਦਾ ਹੈ? ਇਸ ਕਰਕੇ ਕਿ ਉਹਨੇ ਮੋਦੀ ਨੂੰ ਬੇਨਕਾਬ ਕੀਤਾ, ਜਦੋਂ ਕਿ ਮੋਦੀ ਖੁਦ ਕੰਟਰੋਵਰਸ਼ੀਅਲ ਹੈ। ਤੁਸੀਂ ਉਸ ਦੀ ਗੁਰਦੁਆਰੇ 'ਚ ਅਤੇ ਮੁੱਠੀ ਚਾਬੀ ਕਰਦੇ ਜਦੋਂ ਆਇਆ ਇੱਥੇ। ਸੋ ਇਹਦੋਂ ਆਪਾਂ ਕੀ ਅਰਥ ਕੱਢੀਏ? ਇਹ ਉਹ ਸੰਸਥਾ ਹੈ ਜਿਸ ਸੰਸਥਾ ਨੇ ਗਦਰ ਅਖਬਾਰ ਸ਼ੁਰੂ ਕੀਤਾ, ਜਿਸ ਸੰਸਥਾ ਨਾਲ ਜੁੜੇ ਹੋਏ ਲੋਕਾਂ ਨੇ ਸੁਦੇਸ਼ ਸੇਵਕ ਅਖਬਾਰ ਸ਼ੁਰੂ ਕੀਤਾ। ਅੱਜ ਇਹ ਉਸ ਪੱਤਰਕਾਰ ਨੂੰ ਪਿੱਠ ਦੇ ਰਹੇ, ਔਰ ਬਾਕੀ ਸਾਰਾ ਦੇਸੀ ਮੀਡੀਆ ਵੱਡਾ ਹਿੱਸਾ ਰਾਣਾ ਅਯੂਬ ਦੀ ਆਮਦ ਨੂੰ ਇਗਨੋਰ ਕਰਦਾ, ਉਸ ਨਾਲ ਇੰਟਰਵਿਊ ਕਰਨ ਦਾ ਗੁਰੇਜ਼ ਕਰਦਾ। ਇਸ ਪੂਰੇ ਮਸਲੇ ਨੂੰ ਵੀ ਉਹਨਾਂ ਨੇ ਉਜਾਗਰ ਨਹੀਂ ਕੀਤਾ, ਲੋਕਾਂ ਸਾਹਮਣੇ ਨਹੀਂ ਰੱਖਿਆ ਇਨ ਬਿਨ ਕਿ ਵੀ ਆਹ ਰਾਣਾ ਅਯੂਬ ਨਾਲ ਹੋਇਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਪਿਛਲੇ ਸਾਲ ਹਰਤੋਸ਼ ਬੱਲ ਉਹਨਾਂ ਨੇ ਜਦੋਂ ਇੱਥੇ ਆਉਣਾ ਸੀ ਉਦੋਂ ਵੀ ਇਹ ਮੁੱਦਾ ਉੱਠਿਆ। ਪਰ ਅਸੀਂ ਜੇ ਅੱਜ ਪ੍ਰੈਸ ਫਰੀडम ਡੇ ਦੇ ਉੱਤੇ ਅੱਜ ਗੱਲ ਕਰ ਰਹੇ ਹਾਂ ਫਰੀडम ਦੀ, ਉਦੋਂ ਕਿੰਨੇ ਕੁ ਲੋਕ ਸੀ ਜਿਹੜੇ ਇਸ ਗੱਲ ਦੇ ਲਈ ਬੋਲੇ ਕਿ ਉਹਦੀ ਫਰੀडम ਆਫ ਐਕਸਪ੍ਰੈਸ਼ਨ ਜਿਹੜੀ ਆ ਉਹ ਖਤਰੇ ਦੇ ਵਿੱਚ ਆ, ਸਾਨੂੰ ਜ਼ਰੂਰਤ ਹੈਗੀ ਆ। 1 ਸਾਲ ਬਾਅਦ ਇਸ ਤਰ੍ਹਾਂ ਦਾ ਦਿਨ ਮਨਾ ਲੈਣਾ ਤੇ ਸਾਰਾ ਸਾਲ ਚੁੱਪ ਰਹਿਣਾ, ਮੈਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਪੱਤਰਕਾਰ ਭਾਈਚਾਰਾ ਆ, ਮੈਂ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਮੇਬੀ ਸਾਡੇ ਜਿਹੜੇ ਸੁਣਨ ਵਾਲੇ ਆ ਕਿਤੇ ਉਹ ਵੀ ਇਹ ਗੱਲ ਮਹਿਸੂਸ ਕਰ ਸਕਦੇ ਆ, ਕਮੈਂਟਸ ਦੇ ਵਿੱਚ ਆਪਣੀ ਗੱਲ ਉਹ ਕਹਿ ਸਕਦੇ ਹੈਗੇ ਆ ਕਿ ਅਸੀਂ ਵੀ ਕਿਤੇ ਨਾ ਕਿਤੇ ਜ਼ਿਆਦਾ ਬਾਇਸਡ ਹੋ ਜਾਂਦੇ ਆ, ਸਾਡੇ ਆਪਣੇ ਜਿਹੜੇ ਪਰਸਨਲ ਇੰਟਰਸਟ ਆਉਂਦੇ ਆ। ਬੇਸ਼ੱਕ ਅੱਜ ਦੇ ਦਿਨ ਅਸੀਂ ਮੁੜ ਕੇ ਇਹ ਕਹਿ ਰਹੇ ਹਾਂ ਕਿ ਵਰਲਡ ਪ੍ਰੈਸ ਫਰੀडम ਡੇ ਦੇ ਮੌਕੇ 'ਤੇ ਪ੍ਰੈਸ ਦੀ ਫਰੀडम ਦੀ ਗੱਲ ਹੈ। ਜਿਵੇਂ ਗੁਰਪ੍ਰੀਤ ਹੁਣਾਂ ਨੇ ਕਿਹਾ ਕਿ ਪਹਿਲਾ ਮਸਲਾ ਇਹ ਬਣਦਾ ਹੈ ਕਿ ਫਰੀडम ਆਫ ਐਕਸਪ੍ਰੈਸ਼ਨ ਦਾ, ਉਹਦੇ ਬਾਰੇ ਸੋਚਣ ਦੇ ਨਾਲ
ਦੂਸਰੀ ਚੀਜ਼ ਇਹ ਆ ਪ੍ਰਿੰਸੀਪਲਸ ਦੀ ਕਿ ਅਸੀਂ ਜੇ ਪੱਤਰਕਾਰ ਹੋਣ ਦੇ ਨਾਤੇ ਫਰੀडम ਆਫ ਐਕਸਪ੍ਰੈਸ਼ਨ ਮੰਗ ਰਹੇ ਹਾਂ ਤੇ ਅੱਜ ਸਾਡਾ ਪੱਤਰਕਾਰਾਂ ਦਾ ਸਟੈਂਡਰਡ ਕੀ ਹੈ। ਬਿਲਕੁਲ ਨਵਜੋਤ ਦੀ ਗੱਲ ਅਸਲ ਜਿਵੇਂ ਤੁਸੀਂ ਹਰਤੋਸ਼ ਦੀ ਗੱਲ ਕੀਤੀ, ਹਰਤੋਸ਼ ਦੇ ਕੇਸ ਦਾ ਇਹ ਹੋਇਆ ਕਿ ਹਰਤੋਸ਼ ਬਲ ਨੂੰ ਕਿਸਾਨ ਅੰਦੋਲਨ ਦੇ ਬਾਰੇ ਉਸ ਤੇ ਕਵਰੇਜ ਕਾਫੀ ਕੀਤੀ ਕਾਰਵਾਈ ਮਗਜ਼ੀਨ 'ਚ। ਸੋ ਐਸਐਫਯੂ ਨੇ ਵੀ ਤੇ ਯੂਬੀਸੀ ਦੋ ਵਿਦਿਅਕ ਅਦਾਰਿਆਂ ਨੇ ਉਸ ਤੋਂ ਕ੍ਰਮਵਾਰ ਜੀ ਆਨਲਾਈਨ ਸਮਾਗਮ ਸੱਦਿਆ ਔਰ ਦੋਨੇ ਸਮਾਗਮਾਂ ਦੇ ਵਿੱਚ ਬਾਅਦ 'ਚ ਜਿਹੜੇ ਅਕਾਦਮਿਕ ਹਲਕਿਆਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਹੱਥ ਖੜੇ ਕਰਤੇ। ਹਾਂਜੀ, ਕਿਉਂਕਿ ਜਿਹੜੇ ਕੱਟੜਪੰਥੀ ਸਿੱਖ ਸੀਗੇ ਉਹ ਹਰਤੋਸ਼ ਨੂੰ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਹਰਤੋਸ਼ ਕੇਪੀਐਸ ਗਿੱਲ ਦਾ ਭਾਣਜਾ। ਕੇਪੀਐਸ ਗਿੱਲ ਦੀ ਜਦੋਂ ਚੱਲ ਵਸਿਆ ਤਾਂ ਉਸਨੇ ਆਪਣੇ ਮਾਮੇ ਦੇ ਲਈ ਕੁਝ ਕਿਹਾ ਜਿਹੜਾ ਕਿ ਉਹਨੂੰ ਪਸੰਦ ਨਹੀਂ ਆਇਆ। ਪਰ ਹਰਤੋਸ਼ ਪਾਲ ਨੇ ਜਿਹੜਾ ਬਾਕੀ ਦਾ ਕੰਮ ਕੀਤਾ, ਜੱਗੀ ਜੌਹਲ ਦੇ ਹੱਕ 'ਚ ਲਿਖਿਆ, ਲਵਾਰਿਸ ਲਾਸ਼ਾਂ ਦੇ ਮਾਮਲੇ 'ਚ ਵੀ ਮਾਂਗਰੇ ਨੇ ਲਿਖਿਆ ਉਸਨੇ, ਜਾਂ ਅੱਜ ਵੀ ਜਿਹੜਾ ਬੇਬਾਕੀ ਨਾਲ ਲਿਖ ਰਿਹਾ ਕੰਮ ਕਰ ਰਿਹਾ, ਉਹ ਸਾਰੇ ਕੰਮ ਤੁਸੀਂ ਪੋਚਾ ਫੇਰਤਾ। ਉਹਦੀ ਇੱਕ ਪੱਤਰਕਾਰੀ ਦੀ ਹੈਸੀਅਤ ਨੂੰ ਤੁਸੀਂ ਮਤਲਬ ਟਿਕਸ ਜਾਣਿਆ ਜੀ ਔਰ ਉਹਨੂੰ ਬੋਲਣ ਨਹੀਂ ਦਿੱਤਾ। ਔਰ ਬਾਅਦ 'ਚ ਹੋਇਆ ਕਿ ਉਹੀ ਐਸਐਫਯੂ ਯੂਬੀਸੀ ਅਕਾਦਮਿਕ ਅਦਾਰੇ ਵਾਲੇ ਲੋਕ ਜਿਹੜੇ ਖੜੇ ਨਹੀਂ ਸਕੇ ਹਰਤੋਸ਼ ਦੇ ਹੱਕ 'ਚ। ਹਾਲਾਤ ਇਹ ਬਣ ਗਏ, ਮੈਂ ਉਦੋਂ ਵੀ ਤਾੜਨਾ ਕੀਤੀ ਸੀ ਇਹਨਾਂ ਨੂੰ ਕਿ ਤੁਸੀਂ ਅੱਜ ਜੋ ਕਰ ਰਹੇ ਹੋ ਕੱਲ ਨੂੰ ਤੁਸੀਂ ਇਹਦੇ ਕੰਡੇ ਬੀਜੋਗੇ, ਬੀਜੇ ਕੰਡੇ ਤੁਹਾਨੂੰ ਚੁੱਕਣੇ ਪੈਣੇ। ਔਰ ਉਹ ਹੋ ਗਈ ਗੱਲ। ਉਸ ਤੋਂ ਬਾਅਦ ਕੀ ਹੋਇਆ ਕਿ ਹਿੰਦੂਤਵਾ ਦੇ ਖਿਲਾਫ ਇੱਕ ਗਲੋਬਲ ਕਾਨਫਰੰਸ ਆਯੋਜਿਤ ਕੀਤੀ ਗਈ ਯੂਨੀਵਰਸਿਟੀਆਂ ਦੇ ਵਿੱਚ ਜੀ, ਜਿਨ੍ਹਾਂ ਨੇ ਕੀਤੀ। ਅੱਜ ਉਹਨਾਂ ਦੇ ਖਿਲਾਫ ਧਮਕੀਆਂ ਉਹਨਾਂ ਨੂੰ ਮਿਲ ਰਹੀਆਂ, ਪੁਲਿਸ ਜਾਂਚ ਸ਼ੁਰੂ ਹੋ ਚੁੱਕੀ ਹੈ ਔਰ ਇਹ ਸੀਬੀਸੀ ਦੀ ਬੜੀ ਵੱਡੀ ਖਬਰ ਸੀ ਕੁਝ ਦਿਨ ਪਹਿਲਾਂ ਹੀ। ਤੁਸੀਂ ਇਸ ਤੋਂ ਅਨੁਮਾਨ ਲਓ ਕਿ ਜਦੋਂ ਤੁਸੀਂ ਇਹੋ ਜਿਹੇ ਹਾਲਾਤ ਪੈਦਾ ਕਰਦੇ ਹੋ, ਆਪਣੇ ਕਿਸੇ ਸੋ ਕਾਲਡ ਪ੍ਰਤੀਦਵੰਦੀ ਦੀ ਇੱਕ ਸੱਭਿਅਕ ਢੰਗ ਨਾਲ ਵੀ ਗੱਲ ਸੁਣਨ ਨੂੰ ਤੁਸੀਂ ਤਿਆਰ ਨਹੀਂ, ਤੁਹਾਡੇ ਜੇ ਹਾਜ਼ਮਾ ਨਹੀਂ, ਕੱਲ ਨੂੰ ਗੱਲ ਤੁਹਾਡੇ ਤੇ ਵੀ ਆਊਗੀ। ਤੁਸੀਂ ਜ਼ਮੀਨ ਤਿਆਰ ਕੀਤੀ ਸੀ, ਤੁਸੀਂ ਉਹ ਜਿਹੜੀ ਜ਼ਮੀਨ ਤਿਆਰ ਕੀਤੀ ਉਸ ਦਾ ਫਾਇਦਾ ਹਿੰਦੂਤਵੀਆਂ ਨੇ ਚੱਕ ਲਿਆ। ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜੇ ਇੱਥੋਂ ਦੇ ਅਕੈਡਮਿਕ ਹਲਕੇ ਲੋਕ ਸੀਗੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਔਰ ਫਿਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ। ਔਰ ਨਾਲੇ ਤੁਸੀਂ ਇਹ ਦੱਸੋ ਨਵਜੋਤ ਜੀ, ਇਸ ਐਡੀ ਵੱਡੀ ਖਬਰ ਸੀ ਸੀਬੀਸੀ 'ਚ ਲੱਗੀ ਹੈ, ਕਿੰਨੇ ਕੁ ਟਾਕ ਸ਼ੋ ਹੋਏ ਸਾਡੇ ਦੇਸੀ ਰੇਡੀਓ ਸਟੇਸ਼ਨਾਂ ਤੇ, ਕਿੰਨਾ ਕੁ ਪੰਜਾਬੀ ਮੀਡੀਆ ਨੇ ਇਸ ਖਬਰ ਨੂੰ ਤਰਜੀਹ ਦਿੱਤੀ ਹੈ। ਅੱਜ ਤਾਂ ਮਤਲਬ ਉਹ ਚੁਣੌਤੀ ਤੁਹਾਡੇ ਕੈਨੇਡਾ ਦੀ ਧਰਤੀ ਤੇ ਪਹੁੰਚ ਗਈ ਹੈ ਤੇ ਤੁਸੀਂ ਕੁੰਮ ਕਰ ਰਹੇ ਨਹੀਂ, ਸੁੱਤੇ ਪਏ ਹੋ ਜਾਂ ਜਿਹਨੂੰ ਕਹਿੰਦੇ ਕਿ ਖਚਰੇ ਬਣ ਗਏ ਪਏ ਉੱਥੇ। ਸੋ ਗੱਲ ਤਾਂ ਗੁਰਪ੍ਰੀਤ ਜੀ ਇਹ ਆ ਕਿ ਵੀ ਖਾਲੀ ਇਸ ਗੱਲ ਦਾ ਢੋਲ ਵਜਾ ਲੈਣਾ ਕਿ ਅੱਜ ਪ੍ਰੈਸ ਫਰੀडम ਡੇ ਹੈਗਾ, ਅਸੀਂ ਪ੍ਰੈਸ ਦੀ ਫਰੀडम ਦੀਆਂ ਗੱਲਾਂ ਕਰੀਏ, ਪਰ ਇਹ ਵੀ ਦੇਖੀਏ ਕਿ ਅਸੀਂ ਖੜੇ ਕਿੱਥੇ ਆ ਤੇ ਸਾਡੇ ਆਪਣੇ ਪ੍ਰਿੰਸੀਪਲਸ ਕੀ ਹੈਗੇ ਆ, ਅਸੀਂ ਕਿਸ ਚੀਜ਼ ਦੇ ਲਈ ਪੱਤਰਕਾਰੀ ਕਰ ਰਹੇ ਹੈਗੇ ਆ। ਪੱਤਰਕਾਰੀ ਕਰਨ ਦੇ ਬਹੁਤ ਸਾਰੇ ਜਿਹੜੇ ਕਾਰਨ ਵੀ ਹੋ ਸਕਦੇ ਆ, ਬਹੁਤ ਤਰੀਕੇ ਹੋ ਸਕਦੇ ਆ ਲੋਕਾਂ ਦੇ। ਕੋਈ ਕਮਿਸ਼ਨ ਲਈ ਕਰ ਰਿਹਾ, ਕੋਈ ਕਮਿਸ਼ਨ ਲਈ ਕਰ ਰਿਹਾ ਹੈਗਾ, ਉਹ ਤਾਂ ਫਰਕ ਹੈਗਾ ਨਾ। ਨਹੀਂ, ਬਿਲਕੁਲ ਫਰਕ ਹੈ। ਦੇਖੋ ਜਿਹੜਾ ਅਸਲੀ ਪੱਤਰਕਾਰ ਹੈ, ਜਿਹੜਾ ਜਿਹਨੂੰ ਕਹਿੰਦੇ ਕਿ ਆਪਣਾ ਜਾਨ ਤਲੀ ਤੇ ਧਰ ਕੇ ਕੰਮ ਕਰ ਰਿਹਾ ਕਿਸੇ ਵੀ ਫੀਲਡ ਦੇ ਵਿੱਚ ਜਾ ਕੇ, ਲੜਾਈ ਦੇ ਮੈਦਾਨ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਜਾਂ ਕਸ਼ਮੀਰ 'ਚ ਕਿਸੇ ਵੀ ਗੜਬੜੀ ਵਾਲੀ ਥਾਂ ਤੇ, ਜਾਂ ਵੈਸੇ ਵੀ ਇਮਾਨਦਾਰੀ ਨਾਲ ਕੰਮ ਕਰ ਰਿਹਾ, ਉਸ ਨਿਸ਼ਠਾਵਾਨ ਪੱਤਰਕਾਰ ਦੇ ਲਈ ਇਸ ਦਿਨ ਦਾ ਕੋਈ ਖਾਸ ਮਾਇਨਾ ਨਹੀਂਗਾ ਕਿਉਂਕਿ ਰੋਜ਼ਾਨਾ ਉਸ ਚੁਣੌਤੀ ਨਾਲ ਜੂਝ ਰਿਹਾ। ਜਿਸ ਚੁਣੌਤੀ ਵੱਲ ਅਸੀਂ ਧਿਆਨ ਦਿਵਾਉਣ ਲਈ ਲੋਕਾਂ ਨੂੰ ਕਹਿੰਦੇ ਕਿ ਵਰਲਡ ਪ੍ਰੈਸ ਫਰੀडम ਦੇ ਇਕੱਠੇ ਹੋਵੋ ਤੇ ਗੱਲ ਕਰੋ, ਪਰ ਉਹ ਤਾਂ ਰੋਜ਼ਾਨਾ ਚੁਣੌਤੀ ਨਾਲ ਜੂਝ ਰਹੇ ਨੇ, 10 ਪੰਜਾ ਲੈ ਰਹੇ ਨੇ। ਉਹਨਾਂ ਨੂੰ ਫਰਕ ਹੀ ਨਹੀਂ ਕਿ ਵਰਲਡ ਪ੍ਰੈਸ ਫਰੀडम ਡੇ ਹੈ ਨਹੀਂ, ਉਹਨਾਂ ਵਾਸਤੇ ਤਾਂ ਰੋਜ਼ ਦੀ ਰੋਜ਼ ਚੁਣੌਤੀ ਹੈ। ਗੁਰਪ੍ਰੀਤ ਜੀ, ਇੱਕ ਪਰਸਨਲ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਪਿਛਲੇ ਕਈ ਸਾਲਾਂ ਤੋਂ ਇੱਥੇ ਵੀ ਆਬਜ਼ਰਵ ਕਰਦੀ ਆ ਰਹੀ ਹੈਗੀ ਹਾਂ, ਜਿੱਥੇ ਕੁਝ ਵੀ ਗਲਤ ਹੋ ਰਿਹਾ, ਬੇਸ਼ੱਕ ਤੁਸੀਂ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਵੀ ਕੰਮ ਕਰਦੇ ਰਹਿੰਦੇ ਹੋ, ਪਰ ਪੱਤਰਕਾਰ ਤੌਰ 'ਤੇ ਵੀ ਤੁਸੀਂ ਲਗਾਤਾਰ ਕੰਮ ਕਰਦੇ ਰਹਿੰਦੇ ਹੋ। ਬਹੁਤ ਵਾਰ ਮੈਂ ਤੁਹਾਨੂੰ ਦੇਖਿਆ ਤੁਸੀਂ ਇਕੱਲੇ ਵੀ ਹੁੰਦੇ ਹੋ। ਕਦੇ ਇਸ ਗੱਲ ਨੂੰ ਤੁਸੀਂ ਮਹਿਸੂਸ ਕੀਤਾ ਕਿ ਵੀ ਜਿੰਨੀ ਬੇਬਾਕੀ ਦੇ ਨਾਲ ਤੁਸੀਂ ਸੱਚੀ ਗੱਲ, ਸਪਸ਼ਟ ਗੱਲ ਕਹਿ ਦਿੰਦੇ ਹੋ, ਅਖੀਰ ਤੇ ਵਾਕਈ ਇਕੱਲੇ ਰਹਿ ਜਾਂਦੇ ਹੋ, ਈਵਨ ਪੱਤਰਕਾਰ ਭਾਈਚਾਰਾ ਵੀ ਤੁਹਾਡੇ ਨਾਲ ਨਹੀਂ ਖੜਾ ਹੁੰਦਾ? ਦੇਖੋ, ਮੈਂ ਤਾਂ ਇਹ ਗੱਲ ਕਰਾਂ ਨਵਜੋਤ ਜੀ ਕਿ ਚਲੋ ਭਾਵੇਂ ਅਸੀਂ ਇਕੱਲੇ ਰਹਿ ਜੀ, ਭਾਵੇਂ ਚਾਰ ਰਹਿ ਜਾਈਏ, ਪਰ ਗੱਲ ਤਾਂ ਸਿਰਫ ਇੰਨੀ ਅਫਸੋਸ ਦੀ ਕਿ ਜੋ ਕੁਝ ਇੰਨਾ ਕੁਝ ਗਲਤ ਹੋ ਰਿਹਾ ਉਹਦੇ ਬਾਰੇ ਮੀਡੀਆ ਨੂੰ ਵੈਸੇ ਗੱਲ ਕਰਨੀ ਚਾਹੀਦੀ। ਮਿਸਾਲ ਤੌਰ ਤੇ ਜਿਵੇਂ ਸਾਡਾ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਹੋਇਆ, ਅਸੀਂ ਉਸ ਗਰੁੱਪ ਵੱਲੋਂ ਕੁਝ ਰੈਲੀਆਂ ਕੀਤੀਆਂ, ਅਸੀਂ 3 ਜਾਂ 4 ਬੰਦੇ ਹੁੰਦੇ ਆ, ਕਦੀ ਪਰਵਾਹ ਨਹੀਂ ਕੀਤੀ ਕਿ ਸਾਡੇ ਨਾਲ 10 ਬੰਦੇ ਜੁੜਨ, 20 ਜੁੜਨ, ਭਾਵੇਂ ਅਸੀਂ 4 ਇਕੱਲੇ ਰਹਿ ਜਾਈਏ। ਸਾਡੇ ਬਾਰੇ ਟਿਚਰਾਂ ਕੀਤੀਆਂ ਗਈਆਂ ਕੁਝ ਰੇਡੀਓ ਸਟੇਸ਼ਨਾਂ ਦੇ ਕਿ ਇਹ ਤਾਂ 4 ਬੰਦੇ ਹੁੰਦੇ, ਫਿਰ ਰੈਲੀ ਕਵਰ ਕੌਣ ਕਰੂਗਾ। ਅਸੀਂ ਹੱਥ ਬੰਨ੍ਹ ਕੇ ਕਹਿੰਦੇ ਕਿ ਨਾ ਕਰੋ ਕਵਰ, ਸਾਨੂੰ ਕੋਈ ਇਤਰਾਜ਼ ਵੀ ਨਹੀਂਗਾ, ਪਰ ਘੱਟੋ ਘੱਟ ਜਿੱਥੇ 250 ਦਾ ਇਕੱਠ ਹੈ ਉਹ ਤਾਂ ਕਵਰ ਕਰ ਦਿਓ। ਹੁਣ ਪਿੱਛੇ ਦਿੱਲੀ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਹੋਇਆ ਜੀ, ਸਿੱਖ ਜਥੇਬੰਦੀਆਂ ਨੇ ਇੱਥੇ ਕੌਂਸਲੇਟ ਦੇ ਬਾਹਰ ਰੈਲੀ ਕੀਤੀ, 250-300 ਲੋਕਾਂ ਦੇ ਇਕੱਠ ਸੀਗਾ। ਉਹ ਖਬਰ ਸਾਰੀ ਦੀ ਸਾਰੀ ਮੀਡੀਆ ਹਜਮ ਕਰ ਗਿਆ। ਇਹਦਾ ਜਵਾਬ ਹੁਣ ਕਿੱਥੋਂ ਲੈ ਕੇ ਆਈਏ ਆਪਾਂ? ਵੱਡੇ ਇੱਥੇ ਟੀਵੀ ਸਟੇਸ਼ਨ ਸਾਡੇ ਭਾਈਚਾਰੇ ਦੇ, ਵੱਡੇ ਰੇਡੀਓ ਸਟੇਸ਼ਨ ਜਿਹਨਾਂ ਕਲਗੀਆਂ ਲਾਈਆਂ ਹੋਈਆਂ, ਉਹਨਾਂ ਤੋਂ ਜਵਾਬ ਲੈਣੇ ਬਣਦੇ ਆ ਕਿ ਤੁਸੀਂ ਦੱਸੋ ਖਬਰ ਉਹਨਾਂ ਦੀ ਕਿਉਂ ਨਹੀਂ ਕੀਤੀ। ਸਾਨੂੰ ਤੋਂ ਮਾਰੋ ਗੋਲੀ, ਇਹ ਤਾਂ ਚਲੋ 4 ਆ ਬੇਕਾਰ ਆ। ਜਿਹੜੇ 200-250 ਦਾ ਇਕੱਠ ਲੈ ਕੇ ਗਏ ਸੀ ਗੁਰਦੁਆਰੇ ਵੱਲੋਂ, ਉਹਨਾਂ ਦੀ ਕਵਰੇਜ ਤੁਸੀਂ ਨਹੀਂ ਕੀਤੀ, ਤੁਸੀਂ ਉਹਨਾਂ ਲਈ ਨਹੀਂ ਖੜੇ ਹੋਏ। ਕੱਲ ਨੂੰ ਤੁਹਾਡੇ ਤੇ ਹਮਲਾ ਹੋਊਗਾ, ਤੁਹਾਡੇ ਕੌਣ ਖੜੂਗਾ? ਗੁਰਪ੍ਰੀਤ ਜੀ, ਮੈਨੂੰ ਇਹ ਲੱਗਦਾ ਕਿ ਸਾਡੇ ਸੁਣਨ ਵਾਲੇ ਇਸ ਗੱਲ ਨੂੰ ਮਹਿਸੂਸ ਕਰ ਰਹੇ ਹੋਣਗੇ ਕਿ ਅੱਜ ਇਹ ਗੱਲ ਤਾਂ ਵਰਲਡ ਪ੍ਰੈਸ ਫਰੀडम ਡੇ ਦੇ ਮੌਕੇ ਤੇ ਕਰ ਰਹੇ ਆ, ਪਰ ਇਹ ਸਾਰੀ ਛਾਣਪੁਣ ਕਰ ਰਹੇ ਆ ਕਿ ਪੱਤਰਕਾਰੀ ਕਿਹੋ ਜਿਹੀ ਚੱਲ ਰਹੀ ਹੈਗੀ ਆ।
ਮੈਨੂੰ ਲੱਗਦਾ ਇਹ ਗੱਲ ਵੀ ਚੱਲਦੀ ਰਹਿਣੀ ਚਾਹੀਦੀ ਆ ਕਿ ਇੱਕ ਦਿਨ ਜੇ ਅਸੀਂ ਅੱਜ ਇਸ ਗੱਲ ਨੂੰ ਛੇੜਿਆ ਹੈ, ਫਰੀडम ਆਫ ਐਕਸਪ੍ਰੈਸ਼ਨ ਵਿਦ ਰਿਸਪੌਂਸਿਬਿਲਿਟੀਜ਼ ਵਿਦ ਡਿਊਟੀਜ਼, ਸਾਨੂੰ ਇਹ ਤਾਂ ਹੀ ਇਹਦੇ ਬਾਰੇ ਅਸੀਂ ਗੱਲ ਕਰ ਸਕਦੇ ਹਾਂ। ਪਰ ਅੱਜ ਜਿਹੜਾ ਮੁੱਦਾ ਹੈ, ਖਾਸ ਕਰਕੇ ਦੁਨੀਆ ਭਰ ਦੇ ਵਿੱਚ ਲੋਕ ਇਸ ਮੁੱਦੇ ਤੇ ਗੱਲ ਕਰਨਗੇ। ਸਵੇਰ ਤੋਂ ਸ਼ਾਮ ਤੱਕ ਰੈਲੀਜ਼ ਵੀ ਹੋਣਗੀਆਂ, ਵਿਚਾਰ ਵਟਾਂਦਰੇ ਵੀ ਹੋਣਗੇ, ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਹੋਣਗੇ। ਪਰ ਕੀ ਇਹ ਅੱਜ ਵਾਲਾ ਚੈਪਟਰ ਇੱਥੇ ਕਲੋਜ਼ ਹੋ ਜਾਏਗਾ, ਜਾਂ ਅਗਾਂਹ ਅਸੀਂ ਕਿਸੇ ਪਾਸੇ ਨੂੰ ਜਾਣਾ ਚਾਹੁੰਦੇ ਹਾਂ ਤੇ ਕਿੱਧਰ ਨੂੰ ਜਾ ਸਕਦੇ ਹਾਂ? ਕੋਈ ਆਸ ਦੀ ਕਿਰਨ ਤੁਹਾਨੂੰ ਦਿਸ ਰਹੀ ਹੈ? ਦੇਖੋ, ਆਸ ਦੀ ਕਿਰਨ ਦੱਸ ਰਹੀ ਤਾਂ ਹੀ ਤਾਂ ਆਪਾਂ ਲੜ ਰਹੇ ਹਾਂ, ਨਹੀਂ ਤਾਂ ਬਿਲਕੁਲ ਚੁੱਪ ਕਰਕੇ ਨਾ ਬਹਿ ਜਾਈਏ ਜੀ। ਕੁਛ ਤਾਂ ਨਜ਼ਰ ਆ ਹੀ ਰਿਹਾ ਨਾ, ਇਸੇ ਕਰਕੇ ਆਪਾਂ ਲਿਖੀ ਜਾਂਦੇ ਹਾਂ। ਅੱਜ ਤੁਹਾਡੇ ਮਨ 'ਤੇ ਗੱਲ ਹੋ ਰਹੀ ਹੈ ਜਾਂ ਰੈਲੀਆਂ ਕੱਢ ਲਈ ਦੀਆਂ। ਕੋਈ ਨਵਜੋਤ ਜੀ, ਮੈਂ ਇਮਾਨਦਾਰੀ ਨਾਲ ਗੱਲ ਕਹੂੰਗਾ ਕਿ ਮੈਂ ਆਪਣੇ ਆਪ ਨੂੰ ਇਮਾਨਦਾਰ ਪੱਤਰਕਾਰ ਨਹੀਂ ਕਹਿੰਦਾ। ਉਹਦਾ ਕਾਰਨ ਦੱਸਦਾ ਮੈਂ, ਕਿਉਂਕਿ 2014 ਤੋਂ ਬਾਅਦ ਇੱਕ ਦੌਰ ਆਇਆ ਕਿ ਮੈਂ ਇੱਕ ਲਕੀਰ ਪਾਰ ਕਰ ਗਿਆ। ਮੈਂ ਐਕਟਿਵਿਸਟ ਨਾ ਬੰਦਾ ਹੋਇਆ, ਮੈਨੂੰ ਬਣਨਾ ਪਿਆ। ਸਿਰਫ ਕਸੂਰ ਇਹ ਸੀਗਾ ਕਿ ਮੋਦੀ ਇੱਥੇ ਆਇਆ ਅਮਰੀਕਾ ਪਹਿਲੀ ਵਾਰ, ਤੇ ਮੈਨੂੰ ਕਿਹਾ ਗਿਆ ਕਿ ਉਹਦੀ ਰੈਲੀ ਜਿਹੜੀ ਉਹਦੇ ਖਿਲਾਫ ਹੋਈ ਕਵਰ ਨਾ ਕਰੋ। ਇਸ ਦਾ ਮੈਨੂੰ ਅਫਸੋਸ ਰਿਹਾ। ਉਸ ਤੋਂ ਬਾਅਦ ਇੱਕ ਲਕੀਰ ਮੈਂ ਪਾਰ ਕੀਤੀ ਹੈ, ਉਹਦਾ ਮੈਨੂੰ ਕੋਈ ਅਫਸੋਸ ਨਹੀਂ ਗਾ। ਪਰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਮੈਂ ਜਿਹੜਾ ਕੰਮ ਮੀਡੀਆ ਦੇ ਵਧੇਰੇ 'ਚ ਰਹਿ ਕੇ ਕਰ ਸਕਦਾ ਸੀਗਾ, ਅੱਜ ਮੈਨੂੰ ਬਾਹਰ ਜਾ ਕੇ ਕਰਨਾ ਪਿਆ। ਬਿਲਕੁਲ। ਇਹ ਅਫਸੋਸ ਦੀ ਗੱਲ ਹੈ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਪਰ ਇਹ ਸੱਚੀ ਗੱਲ ਵੀ ਹੈਗੀ ਆ। ਗੁਰਪ੍ਰੀਤ ਜੀ, ਤੁਸੀਂ ਇਹ ਗੱਲ ਸ਼ੇਅਰ ਕੀਤੀ ਹੈ। ਹੋ ਸਕਦਾ ਦੁਨੀਆ ਦੇ ਵਿੱਚ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਆ ਜਿਨ੍ਹਾਂ ਨੂੰ ਇਹ ਲਕੀਰ ਪਾਰ ਕਰਨੀ ਪੈਂਦੀ ਹੋਊਗੀ ਜਾਂ ਉਹ ਪਾਰ ਕਰ ਰਹੇ ਹੋਣਗੇ। ਅੱਜ ਗੱਲਾਂ ਬਾਤਾਂ ਤੁਸੀਂ ਸਾਂਝੀਆਂ ਕੀਤੀਆਂ, ਅਖੀਰ ਤੇ ਦਿਲ ਦੀ ਗੱਲ ਕੀਤੀ, ਬਹੁਤ ਚੰਗਾ ਲੱਗਾ। ਸ਼ੁਕਰੀਆ ਤੁਹਾਡਾ। ਮਿਹਰਬਾਨੀ ਤੁਹਾਡੀ। ਸੁਣਨ ਲਈ, ਮੌਕਾ ਦੇਣ ਲਈ ਬਹੁਤ ਧੰਨਵਾਦ ਤੁਹਾਡਾ। ਅੱਜ ਵਰਲਡ ਪ੍ਰੈਸ ਫਰੀडम ਡੇ ਦੇ ਮੌਕੇ 'ਤੇ ਇਹ ਜਿਹੜੀ ਗੱਲਬਾਤ ਕੀਤੀ ਹੈ, ਮੈਨੂੰ ਲੱਗਦਾ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਸਿਰਫ ਟੱਚ ਕੀਤੀਆਂ, ਡਿਟੇਲ ਦੇ ਵਿੱਚ ਬਹੁਤੀ ਗੱਲ ਨਹੀਂ ਕੀਤੀ ਕਿਉਂਕਿ ਪ੍ਰੋਗਰਾਮ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਸੀ। ਇਹ ਸਾਰੇ ਮੁੱਦੇ ਵਿਚਾਰਨਯੋਗ ਹੈਗੇ ਆ। ਸੋ ਕੁਝ ਖਿਆਲ ਤੁਹਾਡੇ ਸਾਹਮਣੇ ਰੱਖੇ ਆ, ਕੁਝ ਸਵਾਲ ਵੀ ਬਣਦੇ ਆ ਇਹਦੇ ਨਾਲ ਨਾਲ ਕਿ ਅਸੀਂ ਕਿਹੋ ਜਿਹੀ ਪੱਤਰਕਾਰੀ ਕਰ ਰਹੇ ਹਾਂ, ਅਸੀਂ ਕਾਹਦੇ ਲਈ ਪੱਤਰਕਾਰੀ ਕਰ ਰਹੇ ਹਾਂ, ਸਾਡੇ 'ਤੇ ਕਿਹੋ ਜਿਹੇ ਪ੍ਰੈਸ਼ਰਸ ਆ, ਉਹਨਾਂ ਨੂੰ ਅਸੀਂ ਉਹਨਾਂ ਪ੍ਰੈਸ਼ਰਸ ਅਤੇ ਉਹਨਾਂ ਚੈਲੰਜਿਸ ਦਾ ਸਾਹਮਣਾ ਕਿਸ ਢੰਗ ਦੇ ਨਾਲ ਕਰਨਾ ਹੈ। ਮੈਨੂੰ ਲੱਗਦਾ ਕਿ ਹਰ ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਪੱਤਰਕਾਰ ਸਮਝਦਾ ਹੈ, ਉਹਨੂੰ ਵਿਚਾਰ ਕਰਨਾ ਚਾਹੀਦਾ ਹੈ। ਅਤੇ ਮੀਡੀਆ ਹਾਊਸਿਸ, ਚਾਹੇ ਵੱਡੇ ਅਖਬਾਰ ਨੇ ਜਾਂ ਉਹ ਰੇਡੀਓ ਨੇ ਜਾਂ ਉਹ ਟੈਲੀਵਿਜ਼ਨ ਨੇ, ਉਹਨਾਂ ਨੂੰ ਚਲਾਉਣ ਵਾਲੇ ਵੀ ਇਸ ਗੱਲ ਦੇ ਉੱਤੇ ਜ਼ਰੂਰ ਵਿਚਾਰ ਕਰਨ ਕਿ ਆਪਣੇ ਪੱਤਰਕਾਰਾਂ ਨੂੰ ਉਹਨਾਂ ਨੇ ਆਜ਼ਾਦੀ ਦੇਣੀ ਆ, ਕਿਸ ਅੰਦਾਜ਼ ਦੇ ਵਿੱਚ ਦੇਣੀ ਆ। ਉਹਨਾਂ ਨੂੰ ਕਿਸੇ ਢੰਗ ਦੇ ਨਾਲ ਜੇ ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਵਜ੍ਹਾ ਕਰਕੇ, ਇਹ ਗੱਲ ਹੈ ਕਿ ਆਜ਼ਾਦੀ ਤੋਂ ਬਗੈਰ ਤੁਸੀਂ ਆਪਣੀ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕੋਈ ਵੀ ਚੀਜ਼ ਸੰਭਵ ਨਹੀਂ ਹੈ। ਅੱਜ ਜਿੰਨੀਆਂ ਕੁ ਗੱਲਾਂ ਕੀਤੀਆਂ ਇਸ ਦਾਇਰੇ ਦੇ ਵਿੱਚ ਰਹਿੰਦੀ ਹੋਈ ਨੇ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਨੂੰ ਦੇਖੋਗੇ, ਅੱਗੇ ਵੀ ਤੁਸੀਂ ਸ਼ੇਅਰ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।